टीवी चैनल देख रहे सारे दर्शकों ਨੂੰ ਮੇਰੇ ਵੱਲੋਂ ਜਾਨੀ ਨਰਾਇਣ ਸਿੰਘ ਲਹਿਲ ਵੱਲੋਂ ਸਤਿ ਸ੍ਰੀ ਅਕਾਲ। ਅੱਜ ਮੇਰੇ ਨਾਲ ਆਯੁਰਵੈਦ ਦੇ ਮਾਹਰ ਡਾਕਟਰ ਤੀਰਥ ਸਿੰਘ ਜੀ ਮੇਰੇ ਨਾਲ ਨੇ, ਜਿਨ੍ਹਾਂ ਨਾਲ ਅਸੀਂ ਇਸ ਪੈਥੀ ਦੇ ਬਾਰੇ ਚ ਆਯੁਰਵੈਦ ਪੈਥੀ, ਜਿਹਨੂੰ ਆਪਾਂ ਜਨਾਨੀ ਪੈਥੀ ਵੀ ਕਹਿੰਦੇ ਆ, ਕਿਉਂਕਿ ਸਾਡਾ ਜਿਹੜਾ ਪਿਛੋਕੜ ਹੈ ਜਦੋਂ ਵਿਕਾਸ ਮਨੁੱਖ ਦਾ ਹੋਇਆ ਤੇ ਉਸ ਮਨੁੱਖੀ ਵਿਕਾਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਆਯੁਰਵੈਦ ਆਈ ਉਹਦੇ ਨਾਲ ਹੀ ਜਿਹੜੀ ਸਾਡੀ ਜਿਹੜੀ ਓੜ-ਪੋੜ ਕਰਕੇ ਦਵਾਈਆਂ ਖਾ ਕੇ ਸਾਡੀ ਜਿਹੜੀ ਤੰਦਰੁਸਤੀ ਕਾਇਮ ਹੁੰਦੀ ਸੀ। ਅੱਜ ਅਸੀਂ ਤੁਹਾਨੂੰ ਜਿਨ੍ਹਾਂ ਨਾਲ ਮਿਲਾਉਣ ਜਾ ਰਹੇ ਹਾਂ ਉਹ ਇਸ ਪੈਥੀ ਦੇ ਮਾਹਰ ਨੇ, ਡਾਕਟਰ ਤੀਰਥ ਸਿੰਘ ਜੀ। ਤੇ ਤੀਰਥ ਸਿੰਘ ਜੀ, ਤੁਹਾਡਾ ਸਾਡੇ ਚੈਨਲ 'ਚ ਆਉਣ 'ਤੇ ਬਹੁਤ ਬਹੁਤ ਧੰਨਵਾਦ। ਤੁਹਾਡਾ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ। ਸੋ ਅਸੀਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਵੀ ਆਮ ਤੌਰ 'ਤੇ ਮਨੁੱਖਤੀ ਭਾਵੇਂ ਤਿੰਨ ਪੈਥੀਆਂ ਨੇ, ਆਯੁਰਵੈਦ ਵੀ ਹੈ, ਹਾਂਜੀ, ਐਲੋਪੈਥੀ ਵੀ ਹੈ ਤੇ ਹੋਮੋਪੈਥੀ ਵੀ ਹੈ। ਹਾਂਜੀ, ਅੱਜ ਕੱਲ੍ਹ ਇੱਕ ਹੋਰ ਪੈਥੀ ਵੀ ਹੈਗੀ ਇਲੈਕਟ੍ਰੋਪੈਥੀ, ਜਿਹਦੀ ਅਜੇ ਭਾਵੇਂ ਭਾਰਤ ਸਰਕਾਰ ਨੇ ਮਾਨਤਾ ਨਹੀਂ ਦਿੱਤੀ, ਪਰ ਆਮ ਤੌਰ 'ਤੇ ਲੋਕੀ ਉਹਦਾ ਵੀ ਇਲਾਜ ਜਿਹੜਾ ਕਰਾਉਂਦੇ ਨੇ। ਕੀ ਇਹਨਾਂ ਤਿੰਨਾਂ ਪੈਥੀਆਂ ਦੇ ਵਿੱਚੋਂ ਜਿਹੜੀ ਆ ਆਪਣੀ ਹੈਗੀ ਆ ਆਯੁਰਵੈਦ ਆ, ਇਹ ਆਯੁਰਵੈਦ ਇਹਨਾਂ ਤਿੰਨਾਂ ਪੈਥੀਆਂ ਨੂੰ ਕਿਵੇਂ ਡਿਫਰ ਕਰਦੀ ਹੈ, ਕਿਵੇਂ ਵੱਖਰੀ ਹੈ, ਅਤੇ ਇਹਦੇ 'ਚ ਇਲਾਜ ਜਿਹੜੇ ਨੇ ਉਹ ਕਿੰਨੇ ਕੁ ਜਿਹੜੇ ਸੈਫੀਸ਼ੈਂਟ ਨੇ, ਕਿੰਨੇ ਕੁ ਕਾਮਯਾਬ ਨੇ, ਉਹਦੇ ਪ੍ਰਤੀ ਅਸੀਂ ਤੁਹਾਨੂੰ ਜਾਣਨ ਦੀ ਕੋਸ਼ਿਸ਼ ਸਾਡੇ ਦਰਸ਼ਕ ਕਰਨਗੇ। ਬਿਲਕੁਲ ਲਹਿਲ ਸਾਹਿਬ, ਜਿਹੜੀ ਤਿੰਨੇ ਪੈਥੀਆਂ ਨੇ ਆਯੁਰਵੈਦਿਕ, ਐਲੋਪੈਥਿਕ ਤੇ ਹੋਮਿਓਪੈਥਿਕ ਜੀ, ਜਿਹੜੇ ਤਾਂ ਐਲੋਪੈਥਿਕ ਆ ਜੀ, ਐਲੋਪੈਥਿਕ ਦੇ ਵਿੱਚ ਸ਼ਾਇਦ ਮੈਂ ਗੱਲ ਕਰਦੇ ਕਰਦੇ ਮੇਰੇ ਮੂੰਹ ਤੋਂ ਕੋਈ ਇਸ ਤਰ੍ਹਾਂ ਲਫ਼ਜ਼ ਨਾ ਨਿਕਲੇ ਕਿ ਕਿਸੇ ਨੂੰ ਡਿਸਟਰਬੈਂਸ ਹੋਵੇ, ਪਰ ਐਲੋਪੈਥਿਕ ਜਿਹੜੀ ਪੈਥੀ ਹੈ ਨਾ ਜੀ, ਜਦੋਂ ਕੋਈ ਵੀ ਪੇਸ਼ੈਂਟ ਬਹੁਤ ਐਮਰਜੈਂਸੀ 'ਚ ਹੈ, ਕਿਸੇ ਦੀ ਸੱਟ ਲੱਗ ਗਈ, ਕਿਸੇ ਦਾ ਕੁਝ ਟੁੱਟ ਗਿਆ, ਕੋਈ ਉਹਨੂੰ ਇੰਟਰਨਲ ਪ੍ਰੋਬਲਮ, ਕੋਈ ਕੈਂਸਰ ਹੋ ਗਿਆ, ਕੋਈ ਪੇਟ ਦੀ ਪ੍ਰੋਬਲਮ ਹੈ, ਕੋਈ ਹਰਨੀਆ ਹੋ ਗਿਆ, ਉਸ ਪੋਜੀਸ਼ਨ ਦੇ ਵਿੱਚ ਐਲੋਪੈਥੀ ਇੱਕ ਐਸਾ ਹਥਿਆਰ ਹੈ ਜਿਹਦੇ ਨਾਲ ਪੇਸ਼ੈਂਟ ਰੋਂਦਾ ਹੋਵੇ, ਕਲਾਉਂਦਾ ਹੋਵੇ, ਉਹਨੂੰ ਐਟ ਦਾ ਸਪੌਟ ਰਿਲੀਫ ਮਿਲ ਜਾਂਦੀ ਹੈ। ਪੇਨ ਹੋ ਰਹੀ ਆ, ਪੇਨ ਕਿਲਰ ਲੈ ਲਿਆ, ਬਹੁਤ ਜ਼ਿਆਦਾ ਟੈਂਪਰੇਚਰ ਹਾਈ ਆ, ਬੁਖਾਰ ਚੜ੍ਹਿਆ, ਉਹਦੀ ਦਵਾਈ ਲੈ ਲਈ। ਫਿਰ ਜੇ ਕਿਸੇ ਨੂੰ ਕੋਈ ਕੈਂਸਰ ਹੈ, ਫਸਟ ਸਟੇਜ, ਸੈਕੰਡ ਸਟੇਜ, ਜੋ ਵੀ ਉਹਦਾ ਟ੍ਰੀਟਮੈਂਟ ਬਣਦਾ, ਉਹਨੂੰ ਟ੍ਰੀਟਮੈਂਟ ਦੇਣ ਤੋਂ ਬਾਅਦ ਉਹਨੂੰ ਕਿਉਰ ਕਰ ਲੈਣਾ। ਅਤੇ ਇਸ ਤੋਂ ਇਲਾਵਾ ਹੋਰ ਵੀ, ਯਾਨੀ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਐਮਰਜੈਂਸੀ ਦੇ ਵਿੱਚ ਐਲੋਪੈਥਿਕ ਬਹੁਤ ਵੱਡੀ ਜਿਹੜੀਆਂ ਦਵਾਈਆਂ ਸਾਧਨ ਆਪਣਾ ਇੱਕ, ਜਿਹਦੇ ਨਾਲ ਜਿਹੜਾ ਸਰੀਰ ਜਿਹੜਾ ਹੈਗਾ ਉਹ ਖਤਰੇ ਤੋਂ ਬਚਿਆ ਰਹਿੰਦਾ ਹੈ। ਦੂਸਰਾ ਹੋਮਿਓਪੈਥੀ। ਲਹਿਲ ਸਾਹਿਬ, ਹੋਮਿਓਪੈਥੀ ਅਤੇ ਆਯੁਰਵੈਦਿਕ, ਇਹਨਾਂ ਦੋਨਾਂ ਨੂੰ ਅਸੀਂ ਇੱਕ ਦਰਜੇ 'ਚ ਰੱਖ ਸਕਦੇ ਹਾਂ, ਕਿਉਂਕਿ ਆਯੁਰਵੈਦਿਕ ਅਤੇ ਹੋਮਿਓਪੈਥੀ ਦੋਨਾਂ ਦਾ ਇਲਾਜ ਜਿਹੜਾ ਹੈਗਾ ਉਹ ਪਰਮਾਨੈਂਟ ਹੈ। ਜੇ ਅਸੀਂ ਐਲੋਪੈਥੀ ਟ੍ਰੀਟਮੈਂਟ ਦੇ ਵਿੱਚ ਅਸੀਂ ਕੋਈ ਟ੍ਰੀਟਮੈਂਟ ਲੈਂਦੇ ਹਾਂ, ਅਸੀਂ ਐਮਰਜੈਂਸੀ ਕਿਸੇ ਵੀ ਤਕਲੀਫ ਨੂੰ ਕਿਉਰ ਕਰ ਲਿਆ, ਅਤੇ ਬਹੁਤ ਸਾਰੇ ਮੈਕਸੀਮਮ ਐਸੇ ਡਿਜ਼ੀਜ਼ ਨੇ ਜਿਨ੍ਹਾਂ ਦਾ ਪਰਮਾਨੈਂਟਲੀ ਕਿਉਰ ਨਹੀਂ ਹੈ ਐਲੋਪੈਥੀ ਦੇ ਵਿੱਚ। ਹਾਂ, ਅਤੇ ਅਸੀਂ ਕੀ ਕਰ ਸਕਦੇ ਹਾਂ ਕਿ ਕੁਛ ਸਮਾਂ ਐਲੋਪੈਥੀ ਯੂਜ਼ ਕਰਕੇ, ਯਾਨੀ ਕਿ ਜੇ ਸਾਨੂੰ ਜ਼ਿਆਦਾ ਤਕਲੀਫ ਆ, ਮੰਨ ਲਓ ਗਠੀਆ ਹੋ ਗਿਆ ਜਾਂ ਹੋਰ ਪ੍ਰੋਬਲਮ ਹੋ ਗਈ, ਅਸੀਂ ਉਹਨੂੰ ਥੋੜ੍ਹੀ ਦੇਰ ਵਾਸਤੇ ਐਲੋਪੈਥੀ ਨਾਲ ਕਿਉਰ ਕਰਕੇ ਅਸੀਂ ਨਾਲ ਆਯੁਰਵੈਦਿਕ ਚਲਾ ਕੇ ਅਸੀਂ ਪੇਸ਼ੈਂਟ ਨੂੰ ਬਿਨਾਂ ਕਿਸੇ ਤਕਲੀਫ ਤੋਂ ਨਾਲ ਆਯੁਰਵੈਦਿਕ ਮੈਡੀਸਨ ਚਲਾ ਕੇ ਪਰਮਾਨੈਂਟਲੀ ਰਿਲੀਫ ਦੇ ਸਕਦੇ ਹਾਂ ਜੀ, ਉਹਨੂੰ ਪੱਕੇ ਤੌਰ 'ਤੇ ਆਪਾਂ ਠੀਕ ਕਰ ਸਕਦੇ ਹਾਂ। ਅਤੇ ਆਯੁਰਵੈਦਿਕ ਅਤੇ ਹੋਮਿਓਪੈਥੀ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਇਹ ਹੈ ਕਿ ਆਯੁਰਵੈਦਿਕ ਨਾਲੋਂ ਹੋਮਿਓਪੈਥੀ ਦਾ ਟ੍ਰੀਟਮੈਂਟ ਥੋੜ੍ਹਾ ਜਿਹਾ ਸਲੋ ਹੈ, ਉਹ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਲੈਂਦੀ ਹੈ, ਪਰ ਦਿੱਕਤ ਕੋਈ ਨਹੀਂ ਹੈ। ਦੋਨੋਂ ਪੈਥੀਆਂ ਦਾ ਇੱਕੋ ਜਿਹੀ ਗੱਲਬਾਤ ਆ, ਦੋਨੇ ਜਿਹੜੇ ਆ ਉਹ ਕੰਮ ਉਹ ਪਰਮਾਨੈਂਟ ਕਰਦੀਆਂ ਨੇ। ਜਿਹੜੀ ਇਲੈਕਟ੍ਰੋਪੈਥੀ ਹੈ, ਮੇਰੇ ਖਿਆਲ 'ਚ ਸ਼ਾਇਦ ਗੌਰਮੈਂਟ ਵੱਲੋਂ ਕੁਛ ਇਹਨੂੰ ਰਾਹਤ ਮਿਲੀ ਹੈ, ਅਤੇ ਉਹ ਪਤਾ ਨਹੀਂ ਹਾਲੇ ਕੀ ਡਿਸੀਜ਼ਨ ਹੋਣਾ ਸੁਪਰੀਮ ਕੋਰਟ ਦਾ, ਉਹ ਸਮਾਂ ਦੱਸੇਗਾ। ਬਟ ਹੁਣ ਵੀ ਜਿਹੜੇ ਇਲੈਕਟ੍ਰੋਪੈਥੀ ਆ ਉਹਦੇ ਕੋਰਸਿਸ ਚੱਲ ਰਹੇ ਨੇ, ਬੱਚੇ ਬਹੁਤ ਸਾਰੇ ਇਹਦੇ ਸਟੱਡੀ ਕਰ ਰਹੇ ਨੇ, ਅਤੇ ਐਲੋਪੈਥੀ ਦੇ ਟ੍ਰੀਟਮੈਂਟ ਵੀ ਹੋਮਿਓਪੈਥ ਵਾਂਗ ਹੀ ਉਹਨਾਂ ਦੇ ਲਿਕੁਇਡ ਐਕਸਟ੍ਰੈਕਟ ਟਾਈਪ ਹੈਗੇ ਨੇ, ਉਹਨਾਂ ਦੇ ਸੋਲਿਊਸ਼ਨ ਨੇ ਜਿਹੜੇ ਉਹ ਲੈ ਕੇ ਉਹ ਯੂਜ਼ ਹੁੰਦੇ ਨੇ। ਅਤੇ ਇਲੈਕਟ੍ਰੋਪੈਥੀ ਯਾਨੀ ਕਿ ਇਲੈਕਟ੍ਰੋ ਇਹਦਾ ਨਾਮ ਤਾਂ ਇਸ ਕਰਕੇ ਰੱਖਿਆ ਵੀ ਇੱਕਦਮ ਕੁਇਕ ਐਕਸ਼ਨ ਕਰਨ ਵਾਲੇ, ਗੋਲੀ ਦੀ ਤਰ੍ਹਾਂ ਅਸਰ ਕਰਨ ਵਾਲੇ। ਅਤੇ ਉਹਨਾਂ ਦੇ ਸਾਲਟ ਕੁਛ ਮੇਰੇ ਸੁਣਨ 'ਚ ਆਇਆ ਸੀ ਕਾਫੀ ਵਾਰ ਕਿ ਉਹ ਅੱਛੇ ਨੇ ਔਰ ਉਹ ਅੱਛਾ ਇਫੈਕਟ ਕਰਦੇ ਨੇ। ਬਾਕੀ ਹੁਣ ਡਿਪੈਂਡ ਕਰਦਾ ਗੌਰਮੈਂਟ 'ਤੇ, ਅਗਰ ਗੌਰਮੈਂਟ ਉਹਨੂੰ ਰਾਹ ਦੇ ਦਿੰਦੀ ਹੈ, ਉਹਨੂੰ ਗ੍ਰੀਨ ਚਿੱਟ ਮਿਲ ਜਾਂਦੀ ਹੈ ਜੀ, ਤਾਂ ਫਿਰ ਹੋ ਸਕਦਾ ਇਹ ਪੈਥੀ ਵੀ ਲੋਕ ਭਲਾਈ ਵਾਸਤੇ ਬਹੁਤ ਵਧੀਆ ਸਾਬਤ ਹੋ ਜਾਵੇ। ਜਿਵੇਂ ਹੁਣ ਐਲੋਪੈਥੀ ਦੀ ਗੱਲ ਕਰਦੇ ਆਪਾਂ, ਅਤੇ ਐਲੋਪੈਥੀ ਇਹਨਾਂ ਨਾਲੋਂ ਤੁਹਾਡੇ ਕਹਿਣ ਅਨੁਸਾਰ ਇੱਕ ਇਫੈਕਟਿਵ ਹੈ, ਹਾਂਜੀ, ਅਸਰਦਾਰ ਹੈ, ਜਿਹੜੀ ਲੰਮੇ ਸਮੇਂ ਤੱਕ ਜਿਹੜੀ ਡਿਜ਼ੀਜ਼ ਨੂੰ, ਜਿਹੜੀ ਬਿਮਾਰੀ ਨੂੰ ਖਤਮ ਕਰਨ 'ਚ ਬਹੁਤ ਵੱਡੀ ਜਿਹੜੀ ਸਹਾਈ ਹੈ। ਹਾਂਜੀ, ਆਯੁਰਵੈਦਿਕ। ਕੁਛ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਆਯੁਰਵੈਦ ਹੈ ਉਹ ਦਵਾਈ ਜਿਹੜੀ ਹੈ ਤੁਹਾਡੇ ਜਦੋਂ ਤੁਸੀਂ ਖਾਂਦੇ ਹੋ ਅਤੇ ਉਹ ਤਸੀਰ ਅਲੱਗ ਹੁੰਦੀ ਹੈ। ਹਾਂਜੀ, ਕਿਉਂਕਿ ਆਯੁਰਵੈਦ ਦਾ ਜਿਹੜਾ ਆਮ ਤੌਰ 'ਤੇ ਕਹਿੰਦੇ ਨੇ ਵੀ ਪਿੱਤ ਅਤੇ ਵਾਤ ਜਿਹੜਾ ਇਹਨੂੰ ਆਧਾਰ ਮੰਨ ਕੇ ਜਿਹੜੀ ਦਵਾਈ ਦਿੱਤੀ ਜਾਂਦੀ ਹੈ। ਬਿਲਕੁਲ ਜੀ। ਹੋਮੋਪੈਥੀ ਸੁਭਾਅ 'ਤੇ ਹੈ, ਐਲੋਪੈਥੀ 'ਤੇ ਸਿੱਧੀ ਹੈ ਵੀ ਤੁਹਾਨੂੰ ਕੀ ਵਾਪਰਦਾ। ਜਿਹੜੀ ਹੁਣ ਆਯੁਰਵੈਦ ਹੈ,
ਆਯੁਰਵੈਦ ਜਿਹੜੀ ਹੈਗੀ ਆ ਦਵਾਈ, ਇਹ ਲੋਕਾਂ ਨੂੰ ਜਿਹੜੀ ਗਰਮੀ ਕਰ ਦਿੰਦੀ ਆ ਜਾਂ ਇਫੈਕਟ ਮਤਲਬ ਸਾਈਡ ਇਫੈਕਟ, ਕੀ ਇਹਦੇ ਸਾਈਡ ਇਫੈਕਟ ਹੈਗੇ ਨੇ? ਬਿਲਕੁਲ ਲੈਲ ਸਾਹਿਬ, ਤੁਸੀਂ ਬਹੁਤ ਵਧੀਆ ਗੱਲ ਕਰੀ ਆ ਜੀ। ਦਰਅਸਲ ਆਯੁਰਵੈਦਿਕ ਦਵਾਈ ਦੇ ਵਿੱਚ ਜਿਹੜਾ ਇੱਕ ਇਹ ਬਹੁਤ ਵੱਡਾ ਇੱਕ ਮਸਲਾ ਚੱਲ ਰਿਹਾ ਹੈ ਕਿ ਇਹਦੇ ਸਾਈਡ ਇਫੈਕਟ ਨੇ, ਇਹ ਤੰਗ ਕਰਦੀ ਹੈ, ਅੰਦਰ ਜਾ ਕੇ ਬੈਠ ਜਾਂਦੀ ਹੈ ਜੀ। ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ। ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਆਯੁਰਵੈਦਿਕ ਦਵਾਈ ਕੋਈ ਸਾਈਡ ਇਫੈਕਟ ਨਹੀਂ ਕਰਦੀ, ਕੋਈ ਤੰਗ ਨਹੀਂ ਕਰਦੀ। ਉਹ ਕਿਸ ਤਰ੍ਹਾਂ ਜੇ ਕਰਦੀ ਹੈ ਤਾਂ ਕਿਸ ਤਰ੍ਹਾਂ, ਜੇ ਨਹੀਂ ਕਰਦੀ ਕਿਸ ਤਰ੍ਹਾਂ, ਤੇ ਇਹਦੇ ਇਸ਼ੂਸ ਕੀ ਨੇ? ਜੀ। ਆਯੁਰਵੇਦ ਵਾਤ ਪਿੱਤ ਕਫ ਤੇ ਆਧਾਰਿਤ ਹੈ। ਬਿਲਕੁਲ ਜੀ। ਦੁਨੀਆ ਦਾ ਕੋਈ ਵੀ ਰੋਗ ਉਹ ਵਾਤ ਪਿੱਤ ਕਫ ਦੇ ਆਧਾਰਿਤ ਹੈ ਜੀ। ਉਹਦੇ ਵਿੱਚੋਂ ਹੀ ਕਿਸੇ ਇੱਕ ਦੋਸ਼ ਦਾ ਦੋਸ਼ ਰਹਿਤ ਹੋਣ ਨਾਲ ਜੀ ਬਿਮਾਰੀ ਪੈਦਾ ਹੁੰਦੀ ਹੈ ਤੇ ਉਹਦੇ ਨਾਲ ਜਿਹੜੀ ਦਿੱਕਤ ਕ੍ਰੀਏਟ ਹੋ ਗਈ ਉਹ ਬਿਮਾਰੀ ਬਣ ਜਾਂਦੀ ਹੈ ਜੀ। ਦੂਸਰੀ ਗੱਲ ਬਈ ਡਿਪੈਂਡ ਕਰਦਾ ਹੈ ਆਯੁਰਵੈਦਿਕ ਜਿਹੜਾ ਫਿਜ਼ੀਸ਼ੀਅਨ ਹੈ, ਆਯੁਰਵੈਦਿਕ ਜਿਹੜਾ ਡਾਕਟਰ ਹੈ ਜੀ, ਵੀ ਉਹ ਵਾਤ ਪਿੱਤ ਕਫ ਦਾ ਡਾਇਗਨੋਜ਼ ਕਰਕੇ ਜੀ, ਵੀ ਰੋਗੀ ਦੀ ਤਸਵੀਰ ਕੈਸੀ ਹੈ, ਜੀ, ਰੋਗੀ ਨੂੰ ਵਾਯੂ ਦੋਸ਼ ਹੈ, ਪੈਤਿਕ ਦੋਸ਼ ਹੈ, ਕਫ ਦੋਸ਼ ਹੈ ਉਹਦਾ, ਜੀ, ਉਸ ਚੀਜ਼ ਨੂੰ ਬਕਾਇਦਾ ਕਲੈਰੀਫਾਈ ਕਰਕੇ ਉਹਦਾ ਡਾਇਗਨੋਜ਼ ਕਰਕੇ ਫਿਰ ਉਸ ਦੇ ਮੁਤਾਬਕ ਫਾਰਮੂਲੇਸ਼ਨ ਤਿਆਰ ਕਰਕੇ ਬਿਲਕੁਲ ਉਹ ਅਗਰ ਪੇਸ਼ੈਂਟ ਨੂੰ ਦਿੰਦਾ ਹੈ ਤਾਂ ਇਸ ਤਰ੍ਹਾਂ ਦੀ ਕਦੇ ਕੋਈ ਦਿੱਕਤ ਨਹੀਂ ਆ ਸਕਦੀ ਕਿ ਕਿਸੇ ਨੂੰ ਰੋਗੀ ਨੂੰ ਦਿੱਤਾ ਸੀ ਉਹਦੀ ਗਰਮੀ ਵੱਧ ਗਈ ਜਾਂ ਗਰਮੀ ਨਹੀਂ ਵਧੀ ਜਾਂ ਉਹਨੂੰ ਪੇਨ ਹੋਣ ਲੱਗ ਗਈਆਂ ਜਾਂ ਉਹਨੂੰ ਵੋਮਿਟ ਹੋ ਗਈ ਜਾਂ ਉਹਦਾ ਡਾਈਜੈਸਟਿਵ ਸਿਸਟਮ ਹਿੱਲ ਗਿਆ। ਇਸ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈ। ਅਗਰ ਫਿਜ਼ੀਸ਼ੀਅਨ ਡਾਇਗਨੋਜ਼ ਕਰਕੇ ਮੈਡੀਸਨ ਪੂਰਾ ਸਿਸਟਮੈਟਿਕਲੀ ਦੇ ਰਿਹਾ ਹੈ ਤਾਂ ਕੋਈ ਦਿੱਕਤ ਨਹੀਂ ਆਏਗੀ। ਅਗਲੀ ਗੱਲ ਸਾਈਡ ਇਫੈਕਟ ਦੀ ਜੀ। ਲੈਲ ਸਾਹਿਬ, ਸਾਈਡ ਇਫੈਕਟਸ ਉਦੋਂ ਨੇ ਜਦੋਂ ਕੁਝ ਲੋਕ ਆਪਣੀ ਪ੍ਰਭਤਾ ਨੂੰ ਵਧਾਉਣ ਵਾਸਤੇ, ਆਪਣੇ ਸਿਸਟਮ ਨੂੰ ਵਧਾਉਣ ਵਾਸਤੇ ਉਹ ਆਯੁਰਵੈਦਿਕ ਮੈਡੀਸਨ ਦੇ ਵਿੱਚ ਕੁਝ ਐਲੋਪੈਥੀ ਸਾਲਟ ਮਿਕਸ ਕਰਦੇ ਨੇ। ਉਸ ਸਾਲਟ ਦੇ ਮਿਕਸ ਹੋਣ ਦੇ ਨਾਲ ਫਿਰ ਉਹ ਆਪਣਾ ਸਾਈਡ ਇਫੈਕਟ ਤਾਂ ਦਿਖਾਏਗੀ, ਜੀ, ਜੀ, ਉਹਦੇ ਨਾਲ ਦਿੱਕਤ ਹੁੰਦੀ ਹੈ। ਦੂਸਰੀ ਕੀ ਗੱਲ ਜੀ, ਜੀ, ਜਿਹੜੇ ਅਸੀਂ ਇਸ ਟ੍ਰੀਟਮੈਂਟ ਦੇ ਵਿੱਚ ਭਸਮਾਂ ਯੂਜ਼ ਕਰਦੇ ਹਾਂ, ਬਿਲਕੁਲ ਜੀ, ਬਿਲਕੁਲ, ਜਾਂ ਅਸੀਂ ਹੋਰ ਮੈਡੀਸਨ ਕੁਝ ਰਸ ਔਸ਼ਧੀਆਂ ਜਿਨ੍ਹਾਂ ਦੇ ਵਿੱਚ ਪਾਰਾ ਗੰਧਕ ਵਗੈਰਾ ਪੈਂਦੇ ਨੇ, ਕਜਲੀ ਪੈਂਦੀ ਹੈ ਜੀ, ਜੀ, ਅਗਰ ਉਹਨਾਂ ਦਵਾਈਆਂ ਦੇ ਵਿੱਚ ਕੁਝ ਕੱਚਾਪਣ ਰਹਿ ਗਿਆ ਨਾ ਜੀ, 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 ਅਗਰ ਕੋਈ ਭਸਮ ਕੱਚੀ ਹੈ ਤਾਂ ਵੀ ਸਾਈਡ ਇਫੈਕਟ ਕਰੇਗੀ। ਬਿਲਕੁਲ, ਅਗਰ ਜਿਹੜੇ ਸਾਡੇ ਰਸ ਔਸ਼ਧੀਆਂ ਨੇ ਉਹਨਾਂ ਵਿੱਚ ਅਸੀਂ ਪਾਰੇ ਗੰਧਕ ਤੋਂ ਬਣੀ ਹੋਈ ਕਜਲੀ ਪਾਉਂਦੇ ਆ ਜੀ, ਜੀ, ਅਗਰ ਉਹ ਕਜਲੀ ਕੱਚੀ ਹੈ, ਉਹਦੇ 'ਚ ਪਾਰਾ ਪੂਰੀ ਤਰ੍ਹਾਂ ਗੰਧਕ ਵਿੱਚ ਜਜ਼ਬ ਹੋ ਕੇ ਉਹ ਨਹੀਂ ਖਤਮ ਹੋਇਆ ਤਾਂ ਉਹ ਫਿਰ ਵੀ ਸਾਈਡ ਇਫੈਕਟ ਕਰੇਗੀ। ਬਿਲਕੁਲ, ਬਹੁਤ ਜ਼ਰੂਰੀ ਹੈ ਇੱਕ ਆਯੁਰਵੈਦਿਕ ਫਿਜ਼ੀਸ਼ੀਅਨ ਦਾ ਦਵਾਈਆਂ ਦੇ ਬਣਾਉਣ ਸੰਬੰਧੀ ਜਾਗਰੂਕ ਹੋਣਾ ਔਰ ਨੌਲੇਜ ਹੋਣਾ। ਫਿਰ ਜੇ ਉਹ ਬਾਜ਼ਾਰ ਤੋਂ ਦਵਾਈ ਲੈਂਦਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ, ਉਹਦੀ ਇੱਕ ਐਸੀ ਪਛਾਣ ਹੋਣੀ ਚਾਹੀਦੀ। ਜਿਵੇਂ ਮੈਂ ਬਹੁਤ ਸਾਰੇ ਵੈਦ ਲੋਕ ਦੇਖੇ ਨੇ ਜੀ, ਬਹੁਤ ਡਾਕਟਰ ਲੋਕ ਦੇਖੇ ਨੇ, ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਮੈਂ ਵੀ ਦੇਖ ਲੈਂਦਾ ਬਿਲਕੁਲ, ਬਈ ਕੋਈ ਪਾਊਡਰ ਅਗਰ ਕੋਈ ਖਾ ਰਿਹਾ ਪੇਸ਼ੈਂਟ, ਕਈ ਵਾਰ ਬਾਹਰੋਂ ਪੇਸ਼ੈਂਟ ਲੈ ਕੇ ਆਉਂਦੇ ਨੇ, ਕੋਈ ਟੈਬਲੇਟ ਖਾ ਰਿਹਾ ਹੈ, ਕੋਈ ਕੈਪਸੂਲ ਖਾ ਰਿਹਾ ਹੈ, ਤਾਂ ਉਹਨੂੰ ਚੱਟ ਕੇ ਦੇਖ ਲੈਣਾ। ਜੀ, ਜੀ, ਜੇ ਕੋਈ ਭਸਮ ਆਈ ਹੈ, ਭਸਮ ਦਾ ਪਰੀਖਣ ਕਰ ਲੈਣਾ। ਪਾਣੀ 'ਚ ਡੁੱਬਣੀ ਨਹੀਂ ਚਾਹੀਦੀ, ਉਹ ਦਹੀਂ ਦੇ ਬਰਪਾਏ ਤੇ ਨੀਲੀ ਨਹੀਂ ਹੋਣੀ ਚਾਹੀਦੀ। ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਰੁਕਦਾ, ਜਿੱਦਾਂ ਤੁਸੀਂ ਇਹ ਕਿਹਾ ਵੀ ਜਿਹੜੀਆਂ ਭਸਮਾਂ ਜਾਂ ਜਿਹੜੇ ਵੀ ਪਾਊਡਰ ਨੇ ਹਾਂਜੀ, ਉਹਨੂੰ ਟੇਸਟ ਕਰ ਲੈਣਾ, ਜਦੋਂ ਟੈਸਟ ਕਰ ਲੈਣਾ, ਹਾਂਜੀ। ਕੀ ਇਹ ਵੈਦ ਜਾਂ ਡਾਕਟਰ ਜਿਹੜਾ ਟੈਸਟ ਕਰੇ ਉਹਨੂੰ, ਕਿ ਜਾਂ ਜਿਹੜਾ ਪੇਸ਼ੈਂਟ ਹੈ ਜਿਹੜਾ ਡਾਕਟਰ ਕੋਲੇ ਵੈਦ ਕੋਲੇ ਦਵਾਈ ਲੈ ਕੇ ਆਇਆ ਉਹਨੂੰ ਪਹਿਲਾਂ ਇਹ ਜਿਹੜੀ ਟੈਸਟ ਕਰ ਲੈਣਾ ਚਾਹੀਦਾ? ਨਹੀਂ, ਉਹ ਟੈਸਟ ਕਿਸ ਤਰ੍ਹਾਂ ਕਰਨਗੇ ਜੀ, ਉਹਨਾਂ ਨੂੰ ਤਾਂ ਜਾਣਕਾਰੀ ਹੋਣੀ ਹੋਣੀ। ਜੀ, ਇਹ ਤਾਂ ਇੱਕ ਵੈਦ ਡਾਕਟਰ ਹੀ ਕਰ ਸਕਦਾ ਜਾਂ ਲੈਬੋਰਟਰੀ ਕਰ ਸਕਦੀ ਹੈ ਜੀ, 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 ਹੈ ਨਾ ਜੀ। ਤੇ ਤੀਸਰਾ ਇਹਦਾ ਇੱਕ ਹੋਰ ਟੈਸਟਿੰਗ ਹੈ ਕਿ ਅਗਰ ਇਹ ਤਵੇ ਤੇ ਕੋਈ ਵੀ ਭਸਮ ਪਾਏ ਤੇ ਧੂਆਂ ਛੱਡਦੀ ਹੈ ਨਾ ਜੀ, ਜੀ, ਉਹ ਕੱਚੀ ਹੈ, ਉਹ ਕੱਚੀ, ਉਹਨੂੰ ਧੂਆਂ ਨਹੀਂ ਛੱਡਣਾ ਚਾਹੀਦਾ। ਕਿਉਂਕਿ ਜਦੋਂ ਇੱਕ ਸੁਆਹ ਹੀ ਬਣ ਗਈ, ਇੱਕ ਤਰ੍ਹਾਂ ਦੀ ਜਿਹੜੀ ਭਸਮ ਹੈ ਉਹ ਸੁਆਹ ਰਾਖ ਬਣ ਜਾਂਦੀ ਹੈ। ਚਾਹੇ ਕੋਈ ਵੀ ਮੈਟਲ ਹੈ, ਕੋਈ ਵੀ ਭਸਮ ਅਸੀਂ ਬਣਾਉਂਦੇ ਉਹ ਸੁਆਹ ਬਣ ਜਾਂਦੀ ਹੈ ਜੀ। ਤੇ ਉਹ ਸੁਆਹ ਤਾਂ ਸੁਆਹ ਹੀ ਆ ਫਿਰ, ਤੇ ਉਸ ਸੁਆਹ ਦਾ ਪੂਰਾ ਅਗਰ ਉਹ ਪੂਰੀ ਤਰ੍ਹਾਂ ਬਣ ਚੁੱਕੀ ਹੈ ਨਾ ਜੀ, 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 ਤਾਂ ਫਿਰ ਉਹ ਧੂਆਂ ਨਹੀਂ ਛੱਡੇਗੀ। ਨਹੀਂ ਛੱਡ। ਇਸ ਤਰੀਕੇ ਨਾਲ ਸਾਈਡ ਇਫੈਕਟਸ ਹੁੰਦੇ ਨੇ। ਕੁਝ ਲੋਕ ਕੈਪਸੂਲਾਂ ਵਿੱਚ ਟੈਬਲੇਟ ਮਿਕਸ ਕਰਦੇ ਨੇ, ਕੁਝ ਭਸਮਾਂ ਕੱਚੀਆਂ ਦਾ ਰੀਜ਼ਨ ਹੋ ਗਿਆ, ਫਿਰ ਰਸ ਔਸ਼ਧੀਆਂ ਦਾ ਰੀਜ਼ਨ ਹੋ ਗਿਆ। ਇਹਨਾਂ ਕਰਕੇ ਸਾਈਡ ਇਫੈਕਟਸ ਹੁੰਦੇ ਨੇ। ਅਗਰ ਦਵਾਈ ਪੂਰੇ ਤਰੀਕੇ ਨਾਲ ਸਿਸਟਮੈਟਿਕਲੀ ਬਣੀ ਹੋਈ ਹੈ, ਪੂਰੇ ਪਰੀਖਣ ਦੇ ਨਾਲ ਬਣੀ ਹੋਈ ਹੈ, ਤਾਂ ਮੈਂ ਇਸ ਗੱਲ ਦੀ ਸ਼ੋਰਟੀ ਦਿੰਦਾ ਜੀ, ਜੀ, ਇੱਕ ਆਯੁਰਵੇਦ ਦਾ ਇੱਕ ਮੈਂ ਭਗਤ ਹੁੰਦਿਆਂ ਹੋਇਆਂ ਵੀ ਫਿਰ ਦਵਾਈ ਸਾਈਡ ਇਫੈਕਟ ਨਹੀਂ ਕਰ ਸਕਦੀ, ਕਿਸੇ ਵੀ ਹਾਲਤ 'ਚ ਨਹੀਂ ਕਰ ਸਕਦੀ। ਛਾਪਾ ਹੁਣ ਅੱਗੇ ਗੱਲ ਕਰਦੇ ਹਾਂ ਬਿਮਾਰੀਆਂ ਦੀ। ਹਾਂਜੀ, ਜਿਵੇਂ ਬਿਮਾਰੀਆਂ ਕ੍ਰਿਮ ਜਿਹੜੀਆਂ ਹੈਗੀਆਂ ਕ੍ਰੋਨਿਕ ਜਿਹਨੂੰ ਕਹਿੰਦੇ ਇਲਾਜ ਬਿਮਾਰੀ, ਹਾਂਜੀ, ਜਿਨ੍ਹਾਂ ਕਿ ਸ਼ੂਗਰ ਹੈ ਜਾਂ ਜਿਹੜੇ ਸਾਡੇ ਆਮ ਤੌਰ ਤੇ ਜਿਹੜੇ ਸ਼ੂਗਰ ਨਾਲ ਸੰਬੰਧਿਤ ਹੋਰ ਵੀ ਰੋਗ ਨੇ, ਜਿਵੇਂ ਗਠੀਆ ਆ ਗਿਆ ਜਾਂ ਕਿਸੇ ਦੀਆਂ ਲੱਤਾਂ ਦਰਦ ਹੋਣੀਆਂ ਜਾਂ ਕਿਸੇ ਦੀ ਸੈਕਸ ਜਿਹੜੀ ਕਮਜ਼ੋਰੀ ਉਹਦੇ 'ਚ ਆ ਜਾਣੀ। ਕੀ ਇਹ ਸ਼ੂਗਰ ਦੇ ਜਿਹੜੇ ਵਿੱਚ ਹੈ ਉਹ ਤੁਹਾਡੇ ਕੋਲ ਕਿਹੜਾ ਇਹੋ ਜਿਹਾ ਮਤਲਬ ਇਲਾਜ ਹੈ ਜਿੱਦਾਂ ਦਾ ਜਿਹਦੇ ਨਾਲ ਤੁਸੀਂ ਸ਼ੂਗਰ ਦੀ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਹੋ? ਕਿਉਂਕਿ ਆਮ ਤੌਰ ਤੇ ਧਾਰਨਾ ਇਹੀ ਆ ਵੀ ਸ਼ੂਗਰ ਇੱਕ ਇਹੋ ਜਿਹੀ ਬਿਮਾਰੀ ਹੈ ਜਿਹੜੀ ਐਲੋਪੈਥੀ ਦੇ ਅੰਦਰ ਜਾਂ ਕਿਸੇ ਹੋਰ ਪੈਥੀਆਂ ਦੇ ਅੰਦਰ ਉਹਦਾ ਇਲਾਜ ਨਹੀਂ ਹੈ।
ਕੀ ਸ਼ੂਗਰ ਦਾ ਇਲਾਜ ਜਿਹੜਾ ਪਰਮਾਨੈਂਟ ਇਲਾਜ ਕੀ ਆਯੁਰਵੇਦ 'ਚ ਹੈ? ਲਹਿਲ ਸਾਹਿਬ, ਸ਼ੂਗਰ ਪਹਿਲਾਂ ਤਾਂ ਵੀ ਸ਼ੂਗਰ ਬਾਰੇ ਤਕਰੀਬਨ ਸਾਰੇ ਲੋਕਾਂ ਨੂੰ ਪਤਾ ਹੀ ਆ, ਫਿਰ ਵੀ ਬਹੁਤ ਸਾਰੇ ਪਰਸਨ ਨੇ ਜਿਨ੍ਹਾਂ ਦੀ ਨੌਲੇਜ ਨਾ ਹੋਵੇ। ਜੀ ਜਦੋਂ ਪੈਨਕ੍ਰੀਆਸ ਦੇ ਵਿੱਚ ਇਨਸੂਲਿਨ ਦੀ ਮਾਤਰਾ ਬਣਨੀ ਬੰਦ ਹੋ ਜਾਂਦੀ ਹੈ ਨਾ ਜੀ, ਜੀ ਜੀ ਫਿਰ ਉਹ ਇਨਸੂਲਿਨ ਜਿਹੜਾ ਬਲੱਡ 'ਚ ਨਹੀਂ ਜਾਂਦਾ, ਜੀ ਉੱਥੇ ਫਿਰ ਗਲੂਕੋਜ਼ ਦੀ ਮਾਤਰਾ ਵੱਧ ਜਾਂਦੀ ਹੈ। ਜੀ ਜੀ ਉਹ ਗਲੂਕੋਜ਼ ਦੀ ਮਾਤਰਾ ਵਧਣਾ, ਫਿਰ ਉਹਨੂੰ ਅਸੀਂ ਸ਼ੂਗਰ ਕਹਿੰਦੇ, ਉਹ ਸ਼ੂਗਰ ਬਣ ਜਾਂਦੀ ਹੈ। ਜੀ ਜੀ ਹੁਣ ਇਹਦੇ ਟ੍ਰੀਟਮੈਂਟ ਦੀ ਗੱਲ, ਬਿਲਕੁਲ। ਐਲੋਪੈਥੀ ਦੇ ਵਿੱਚ ਬਹੁਤ ਸਾਰੀ ਮੈਡੀਸਨ ਨੇ, ਆਪਣਾ GPM SR2 ਹੋ ਗਿਆ, ਤੇ ਆਪਣਾ ਹੋਰ ਮੈਡੀਸਨ ਜਿਹੜੀ ਸ਼ੂਗਰ ਦੇ ਲੈਂਦੇ ਆਪਾਂ ਕੋਈ 500 ਮਿਲੀਗ੍ਰਾਮ, ਅਲੱਗ-ਅਲੱਗ ਸਿਸਟਮ ਦੇ ਨੇ, ਅਲੱਗ-ਅਲੱਗ ਕੰਪਨੀ ਦੇ ਨੇ। ਜੀ ਉਹਨਾਂ ਦੇ ਨਾਲ ਸ਼ੂਗਰ ਦਾ ਲੈਵਲ ਬਣਿਆ ਰਹਿੰਦਾ। ਜੀ ਸ਼ੂਗਰ ਜਿਹੜੀ ਆ ਉਹ ਆਪਣੇ ਲੈਵਲ ਤੇ ਬਣੀ ਰਹਿੰਦੀ ਹੈ, ਪਰ ਉਹਦਾ ਇੱਕ ਥੋੜਾ ਜਿਹਾ ਦਿੱਕਤ ਹੈ ਕਿ ਜਿਹੜੀਆਂ ਉਹ ਮੈਡੀਸਨ ਨੇ, ਉਹ ਮੈਡੀਸਨ ਫਿਰ ਲਿਵਰ ਤੇ ਇਫੈਕਟ ਕਰਦੀਆਂ ਨੇ, ਜੀ ਕਿਡਨੀ ਤੇ ਇਫੈਕਟ ਕਰਦੀਆਂ ਨੇ, ਔਰ ਬੋਡੀ ਨੂੰ ਤੰਦਰੁਸਤੀ 'ਚ ਘੱਟ ਰਹਿਣ ਦਿੰਦੀਆਂ ਨੇ। ਜੀ ਬਿਲਕੁਲ। ਜਿਹੜੀ ਐਲੋਪੈਥੀ ਮੈਡੀਸਨ ਆਪਾਂ ਯੂਜ਼ ਕਰਦੇ ਆ, ਜੀ ਠੀਕ ਹੈ ਜੀ, ਮੈਟਫੋਰਮਿਨ ਵਗੈਰਾ ਨਾ ਹੋਰ। ਤੇ ਇਸ ਤੋਂ ਉਲਟ ਪਾਸੇ ਆਪਾਂ ਆਯੁਰਵੇਦ 'ਚ ਆ ਜਾਈਏ ਜੀ। ਜੀ ਆਯੁਰਵੇਦ ਦੇ ਵਿੱਚ ਵੀ ਦੇਖੋ, ਹਾਲੇ ਤੱਕ ਇਹਦਾ ਵਰਲਡ ਦੇ ਵਿੱਚ ਪਰਮਾਨੈਂਟ ਟ੍ਰੀਟਮੈਂਟ ਕੋਈ ਨਹੀਂ ਇਲਾਜ ਹੈ, ਨਹੀਂ ਹੈ। ਠੀਕ ਹੈ ਨਾ, ਪਰਮਾਨੈਂਟ ਟ੍ਰੀਟਮੈਂਟ ਕਿਤੇ ਵੀ ਨਹੀਂ ਹੈਗਾ ਤਾਂ ਜੀ। ਬਿਲਕੁਲ। ਬਹੁਤ ਸਾਰੇ ਲੋਕ, ਕਈ ਸਾਧੂ ਲੋਕ ਵੀ ਜਿਹੜੇ ਬੈਠੇ ਨੇ, ਕੋਈ ਵੈਦ ਲੋਕ ਪੁਰਾਣੇ ਕਹਿੰਦੇ ਨੇ ਵੀ ਇਹ ਸ਼ੂਗਰ ਅਸੀਂ ਇੰਨੇ ਦਿਨਾਂ 'ਚ ਖਤਮ ਕਰ ਦਾਂਗੇ। ਨਹੀਂ, ਇਹ ਪੋਸੀਬਲ ਨਹੀਂ ਹੈ ਜੀ। ਕਿਉਂਕਿ ਆਮ ਤੌਰ ਤੇ ਨਾ ਜਿਹੜੀ ਫੇਰ ਅੱਜ ਕੱਲ ਸੋਸ਼ਲ ਮੀਡੀਆ, ਹਾਂਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਜੇ ਪਿੰਡਾਂ ਦੇ ਜਿਹੜੇ ਕੋਈ ਡਾਕਟਰ ਨੇ, ਜਿਹਨੂੰ RMP ਪਹਿਲਾਂ ਕਹਿ ਛੱਡਦੇ ਸੀ, ਹਾਂਜੀ 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 ਜਾਂ ਉਹ ਆਪਣੇ ਆਪ ਹੀ ਬਣੇ ਹੋਏ ਨੇ, ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਈਟਾਂ ਦੇ ਉੱਤੇ ਵੀ ਉਹ ਪਾਉਂਦੇ ਨੇ ਵੀ 3 ਦਿਨਾਂ 'ਚ ਜਿਹੜੀ ਸ਼ੂਗਰ ਖਤਮ, ਹਾਂਜੀ 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 ਤੁਸੀਂ ਆਹ ਕਰ ਲਓ ਤੇ 2 ਦਿਨਾਂ 'ਚ ਸ਼ੂਗਰ। ਕੀ ਇਹ ਸਾਰਾ ਕੁਝ ਜਿਹੜਾ ਆਯੁਰਵੈਦ ਨੂੰ ਵਿੱਚ ਹੈ ਇਦਾਂ ਦੇ ਕੋਈ ਪ੍ਰੋਵੀਜ਼ਨ? ਮੈਂ ਨਾ ਲੈਣ ਸਾਹਿਬ, ਮੇਰੇ ਕੋਲੇ ਬਹੁਤ ਲਿਟਰੇਚਰ ਪਿਆ, ਜੀ ਜਿਹੜਾ ਕਿ ਲਿਟਰੇਚਰ ਆਯੁਰਵੇਦ ਦਾ ਅੱਜ ਕੱਲ੍ਹ ਉਹ ਬ੍ਰਿਧ ਹੈ, ਮਿਲਦਾ ਨਹੀਂ। ਮਿਲਦਾ ਮੈਂ ਉਹਨਾਂ ਦੇ ਵਿੱਚ ਬਹੁਤ ਜਗ੍ਹਾ ਤੇ ਪੜ੍ਹਿਆ ਹੈ। ਜਿਵੇਂ ਇੱਕ ਨੁਸਖਾ ਮੈਂ ਸ਼ੇਅਰ ਕਰਦਾ ਕਿ ਉਹਨਾਂ ਨੇ ਕਿਹਾ ਵੀ ਕੁੱਕੜ ਦੀ ਕਲਗੀਆਂ ਲੈ ਲਓ। ਜੀ ਕੁੱਕੜ ਹੋਣਾ ਜਿਹੜਾ ਬਾਂਗ ਦਿੰਦਾ ਹੈ, ਬਿਲਕੁਲ। ਜਿਹੜਾ ਸਵੇਰੇ ਬੋਲਦਾ, ਕੁੱਕੜ ਹੋਣਾ ਚਾਹੀਦਾ ਹੈ। ਜੀ ਵੀ ਕੁੱਕੜ ਦੀ ਕਲਗੀਆਂ ਲਓ ਤੇ ਉਹਦੀ ਭਸਮ ਤਿਆਰ ਕਰੋ, ਤੇ ਉਹ ਭਸਮ ਸ਼ੂਗਰ ਨੂੰ ਜੜੋਂ ਖਤਮ ਕਰ ਦਿੰਦੀ ਹੈ। ਇਹ ਧਾਰਨਾ ਆਮ ਜਿਹੜੀ, ਹਾਂ, ਇਹ ਮੈਂ ਬਲਕਿ ਜਿਹੜਾ ਲਿਖਿਆ ਹੋਇਆ ਮੈਂ ਇਹਨੂੰ ਪੜ੍ਹਿਆ। ਠੀਕ ਹੈ। ਫਿਰ ਮੈਂ 1-2 ਵਾਰੀ ਇਹਦੇ ਟਰਾਈ ਵੀ ਕੀਤੀ ਹੈ ਜੀ। ਪਹਿਲਾਂ ਤਾਂ ਗੱਲ ਹੈ ਕਿ ਵੀ ਇਹ ਕੁੱਕੜ ਦੀ ਕਲਗੀਆਂ ਉਹ ਮਿਲਣੀਆਂ ਔਖੀਆਂ ਨੇ, ਅੱਜ ਕੱਲ ਕਿਉਂਕਿ ਅੱਜ-ਕੱਲ੍ਹ ਕੁੱਕੜ ਘੱਟ ਹੁੰਦੇ ਨੇ ਆ ਜੀ। ਬਿਲਕੁਲ ਬਿਲਕੁਲ। ਫਿਰ ਉਹਦੀ ਕਲਗੀਆਂ ਲੈਣ ਵਾਸਤੇ ਹੁਣ ਪਹਿਲਾਂ ਇਹ ਦੇਖਣਾ ਪਊਗਾ ਵੀ ਕੌਣ ਫੰਕਸ਼ਨ ਕਰਾ ਰਿਹਾ ਤੇ ਕਿੱਥੇ ਉਹਨੇ ਕੁੱਕੜ ਮੰਗਾਏ ਨੇ ਖਾਣ ਵਾਸਤੇ। ਬਿਲਕੁਲ। ਫਿਰ ਉੱਥੋਂ ਕਲਗੀਆਂ ਦਾ ਪ੍ਰਬੰਧ ਕਰਨਾ ਪਏਗਾ ਜੀ। ਪਹਿਲਾਂ ਤੇ ਪਿੰਡਾਂ 'ਚ ਲੋਕੀ ਕੁੱਕੜ ਰੱਖਦੇ ਸੀ, ਹਾਂਜੀ, ਕੁੱਕੜੀਆਂ ਵੀ ਹਾਂਜੀ। ਰੱਖਦੇ ਸੀ, ਹਾਂਜੀ। ਤੇ ਉਹਨਾਂ 'ਚ ਕਲਗੀਆਂ ਵਾਲੇ ਕੁੱਕੜ ਮਿਲ ਜਾਂਦੇ ਸੀ। ਹਾਂ, ਮਿਲ ਜਾਂਦੇ ਸੀ। ਤੇ ਜੇ ਅੱਜ ਕੱਲ ਤਾਂ ਬਰੀਡ ਹੀ ਅਲੱਗ ਆ ਗਈ ਆ, ਤੇ ਬ੍ਰਾਇਲਰ ਕਹਿ ਦਿੰਦੇ ਨੇ। ਹਾਂਜੀ ਹਾਂਜੀ, ਲੱਗਾ ਟੀਕੇ ਜੀ। ਵਾਲੇ ਜਾਂ ਜਿਹੜੇ ਉਹ ਮਸ਼ੀਨਾਂ ਨਾਲ ਬਣਦੇ ਨੇ। ਹਾਂਜੀ। ਹੁਣ ਤਾਂ ਮੇਰਾ ਖਿਆਲ ਕਲਗੀ ਵਾਲਾ ਹਾਂ, ਕੁੱਕੜ ਲੱਭਣਾ ਕੁੱਕੜ ਮਿਲਦੇ ਨਹੀਂ ਜੀ। ਹਾਂ, ਜੀ। ਫਿਰ ਉਹ ਮੈਂ ਕੁੱਕੜ ਦੀ ਕਲਗੀਆਂ ਕੁਝ ਮੰਗਾਈਆਂ ਸੀ, ਮੈਨੂੰ ਤਾਂ ਉਹਨੇ ਜਿਸ ਪਰਸਨ ਤੋਂ ਮੰਗਾਈਆਂ ਸੀ ਉਹਨੇ ਕਹਿ ਕੇ ਦਿੱਤੀਆਂ ਸੀ ਵੀ ਐਂ ਕੁੱਕੜ ਦੀਆਂ ਨੇ। ਚਲੋ ਕਲਗੀਆਂ ਵੱਡੀਆਂ ਸੀ, ਲੱਗਦਾ ਸੀ ਵੀ ਕੁੱਕੜ ਦੀ ਹੋਣਗੀਆਂ। ਮੈਂ ਉਹਨੂੰ ਵਿਧੀ ਮੁਤਾਬਕ ਉਹਦਾ ਸ਼ੋਧਨ ਕਰਕੇ, ਸਾਫ਼ ਸੁਥਰੀਆਂ ਕਰਕੇ ਉਹਨਾਂ ਨੂੰ ਮੈਂ ਅੱਗ ਦੇ ਦਿੱਤੀ। ਜੀ ਪਹਿਲਾਂ ਤਾਂ ਗੱਲ ਆ ਕਿ ਉਹ ਪਾਈਆ ਪਤਾ ਨਹੀਂ ਅੱਧਾ ਕਿਲੋ ਕਲਗੀਆਂ ਸੀ, ਤੇ ਉਹਦੇ 'ਚ ਮੈਨੂੰ 2 ਚਮਚੇ ਭਸਮ ਦੇ ਮਿਲੇ। ਜੀ। ਹੁਣ 2 ਚਮਚੇ ਮੈਂ ਕਿਹਨੂੰ ਖਵਾ ਸਕਦਾ? ਫਿਰ ਮੇਰੇ ਕੋਲ ਇੱਕ ਪਰਸਨ ਸੀ ਮੇਰੇ ਜਾਣਕਾਰ, ਮੈਂ ਉਹਨਾਂ ਨੂੰ ਦੇ ਦਿੱਤੀ। ਉਹਨਾਂ ਨੇ ਖਾਈ, ਲੇਕਿਨ ਉਹ ਪਰਸਨ ਉਸ ਤੋਂ ਬਾਅਦ ਮੇਰੇ ਖਿਆਲ ਆਊਟ ਆਫ ਕੰਟਰੀ ਚਲੇ ਗਏ, ਜੀ। ਮੇਰੇ ਕਨੈਕਸ਼ਨ 'ਚ ਨਹੀਂ ਆ ਸਕੇ, ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕੀ ਹੋਇਆ। ਉਹ ਰਿਜ਼ਲਟ ਨਹੀਂ ਪਤਾ ਮਿਲਦਾ। ਰਿਜ਼ਲਟ ਨਹੀਂ ਪਤਾ ਲੱਗਿਆ। ਯਾਨੀ ਕਿ ਬਹੁਤ ਜਗ੍ਹਾ ਮੈਂ ਇਹ ਪੜ੍ਹਿਆ ਏ ਬਈ ਇਸ ਟ੍ਰੀਟਮੈਂਟ ਨਾਲ, ਇਸ ਦਵਾਈਆਂ ਦੇ ਨਾਲ ਤੁਸੀਂ ਜਿਹੜਾ ਹੈਗਾ ਸ਼ੂਗਰ ਨੂੰ ਪਰਮਾਨੈਂਟ ਕਿਉਰ ਕਰ ਸਕਦੇ ਹੋ। ਪਰ ਮੇਰੇ ਮੁਤਾਬਿਕ ਜਿਹੜਾ ਸ਼ੂਗਰ ਦਾ ਟ੍ਰੀਟਮੈਂਟ ਉਹ ਪਰਮਾਨੈਂਟ ਨਹੀਂ ਹੈਗਾ ਜੀ। ਕਿਉਂਕਿ ਜਦੋਂ ਪੈਨਕ੍ਰੀਆ ਦੇ ਵਿੱਚ ਪ੍ਰੋਬਲਮ ਕ੍ਰੀਏਟ ਹੋ ਗਈ, ਉਹ ਇਨਸੂਲਿਨ ਬਣਾਉਣਾ ਬੰਦ ਕਰ ਗਿਆ। ਯਾਨੀ ਕਿ ਇੱਕ ਤਰ੍ਹਾਂ ਆਪਾਂ ਸਿੱਧੇ ਲਫ਼ਜ਼ਾਂ 'ਚ ਇਹ ਵੀ ਕਹਿੰਦੇ ਨੇ ਪੈਨਕ੍ਰੀਆ ਮਰ ਗਿਆ, ਗਿਰ ਗਿਆ। ਜੀ। ਫਿਰ ਉਹ ਦਿੱਕਤ ਆ ਜੀ, ਉਹ ਠੀਕ ਨਹੀਂ ਹੁੰਦਾ, ਉਹਦਾ ਇਲਾਜ ਨਹੀਂ ਹੁੰਦਾ। ਹੁਣ ਇਹਦੇ ਵਿੱਚ ਆਯੁਰਵੇਦ ਕੀ ਕਰਦਾ? ਜੀ। ਐਲੋਪੈਥੀ ਮੈਡੀਸਨ ਆਪਾਂ ਲੈਂਦੇ ਆ ਜੀ, ਉਹਦੇ ਨਾਲ ਉਹਦੇ ਸਾਈਡ ਇਫੈਕਟਸ ਹੁੰਦੇ ਨੇ ਬੋਡੀ ਤੇ ਬੋਡੀ ਡਿਸਟਰਬ ਹੁੰਦੀ ਹੈ ਜੀ। ਬਿਲਕੁਲ ਬਿਲਕੁਲ। ਲੇਕਿਨ ਆਯੁਰਵੇਦ ਇਹਦੇ ਨਾਲੋਂ ਅਲੱਗ ਕੀ ਕਹਿੰਦਾ ਹੈ ਔਰ ਕੀ ਕਰਦਾ ਹੈ ਔਰ ਕੀ ਹੁੰਦਾ ਜੀ। ਵੀ ਆਯੁਰਵੈਦਿਕ ਦਵਾਈ ਦੇ ਨਾਲ ਉਹੀ ਲੈਵਲ ਮਿਲਦਾ, ਉਹੀ ਰਿਲੀਫ ਮਿਲਦੀ ਹੈ ਕਿ ਸ਼ੂਗਰ ਨਿਲ ਹੋ ਜਾਂਦੀ ਹੈ, ਜੀ। ਉਹ ਆਪਣੇ ਲੈਵਲ ਤੇ ਰਹੇਗੀ। ਦੂਸਰਾ, ਨਾ ਕੋਈ ਕਿਡਨੀ ਤੇ ਇਫੈਕਟ, ਨਾ ਕੋਈ ਲਿਵਰ ਤੇ ਇਫੈਕਟ, ਨਾ ਕੋਈ ਹਾਰਟ ਤੇ ਇਫੈਕਟ, ਨਾ ਕੋਈ ਬਲੱਡ ਸਰਕੂਲੇਸ਼ਨ ਤੇ ਇਫੈਕਟ। ਉਹਦਾ ਸਾਈਡ ਇਫੈਕਟ ਕੋਈ ਨਹੀਂ ਹੈ। ਉਹਦੇ ਨਾਲ ਕੀ ਹੈ ਕਿ ਅਗਰ ਦੂਸਰੀ ਦਵਾਈ ਨਾਲ ਅਸੀਂ ਤੰਗ ਹੋ ਰਹੇ ਹਾਂ, ਸਾਡੀ ਲਾਈਫ ਵੀ ਘਟਦੀ ਹੈ, ਸਾਡੇ ਇੰਟਰਨਲ ਪਾਰਟਸ ਦੇ ਉੱਤੇ ਬਹੁਤ ਬੈਡ ਇਫੈਕਟ ਹੋ ਰਿਹਾ ਹੈ, ਉਹ ਇਹਦੇ ਨਾਲ ਹੋਣਾ ਨਹੀਂ। ਤੇ ਪਰਸਨ ਜਿਹੜਾ ਹੈਗਾ ਉਹ ਆਪਣੀ ਲਾਈਫ ਨੂੰ ਵਧੀਆ ਜੀਉ ਸਕਦਾ ਹੈ, ਉਹ ਫਿਜ਼ੀਕਲੀ ਫਿੱਟ ਰਹਿੰਦਾ, ਉਹਨੂੰ ਵੀਕਨੈਸ ਨਹੀਂ ਰਹਿੰਦੀ। ਆਯੁਰਵੈਦਿਕ ਦਵਾਈ ਕਹਿਣ ਦਾ ਮਤਲਬ ਮੇਰਾ ਹੈ ਵੀ ਆਯੁਰਵੈਦਿਕ ਦਵਾਈ ਸਾਈਡ ਇਫੈਕਟ ਨਹੀਂ ਕਰਦੀ, ਉਹ ਬੋਡੀ ਨੂੰ ਤੰਦਰੁਸਤ ਰੱਖਦੀ ਹੈ। ਤੰਦਰੁਸਤ ਰੱਖਦੇ ਹੋਏ ਉਹ ਸ਼ੂਗਰ ਲੈਵਲ ਨੂੰ ਨਿਲ ਰੱਖਦੀ ਹੈ। ਕਿ ਸ਼ੂਗਰ ਦੇ ਨਾਲ ਜਿਵੇਂ ਹੁਣ ਤੁਸੀਂ ਕਹਿੰਦੇ ਵੀ ਹੋਰ ਜਿਵੇਂ ਬਿਮਾਰੀਆਂ ਉਤਪੰਨ ਹੁੰਦੀਆਂ, ਇਹਦੇ ਨਾਲ ਕਿਹੜੀਆਂ ਨਵੀਆਂ ਹੋਰ ਕੋਈ ਬਿਮਾਰੀਆਂ ਜਿਹੜੀਆਂ ਜੇ ਸ਼ੂਗਰ ਦਾ ਲੈਵਲ ਡਾਊਨ ਨਹੀਂ ਆਉਂਦਾ
ਜਾਂ ਉਹਨੂੰ ਕੰਟਰੋਲ ਕਰਨ ਵਾਸਤੇ ਆਯੁਰਵੈਦ ਵੀ ਯਤਨ ਕਰਦਾ, ਹੋਮੋਪੈਥੀ ਵੀ ਕਰਦੀ ਹੈ, ਦੂਜੇ ਵੀ ਕਰਦੀ, ਕੁਛ ਨਾ ਕੁਛ ਅਸਰ ਤੇ ਕਿਲੋ ਕਰਦੀਆਂ ਦਵਾਈਆਂ। ਉਹ 'ਚ ਮਤਲਬ ਸੈਫੀਸ਼ੈਂਟ ਜਿਹੜੀ ਹੈ ਇਫੈਕਟਿਵ ਹੈ ਉਹ ਆਯੁਰਵੈਦ ਹੈ। ਹਾਂਜੀ। ਤੇ ਕੀ ਇਹਦੇ ਨਾਲ ਕੋਈ ਹੋਰ ਬਿਮਾਰੀਆਂ ਵੀ ਉਤਪੰਨ ਹੋ ਸਕਦੀਆਂ? ਲੈਲ ਸਾਹਿਬ ਸ਼ੂਗਰ ਤੁਸੀਂ ਇਹ ਲਗਾ ਲਓ ਵੀ ਜੇ ਮੈਂ ਇੱਕ ਸਹੀ ਲਫ਼ਜ਼ਾਂ ਸਿੱਧੇ ਲਫ਼ਜ਼ਾਂ 'ਚ ਕਹਿਣਾ ਚਾਹਾਂ ਜੀ ਤਾਂ ਸ਼ੂਗਰ ਦਾ ਹੋਣਾ ਸਮਝ ਲਓ ਵੀ ਆਹਿਸਤਾ ਆਹਿਸਤਾ ਸਰੀਰ ਦਾ ਇੱਕ ਉਹ ਡਾਊਨਫਾਲ ਹੈ ਜਿਹਦੇ ਵਿੱਚੋਂ ਨਿਕਲਣਾ ਕਿਸੇ ਪਰਸਨ ਦੇ ਲਈ ਬੜਾ ਔਖਾ ਹੋ ਜਾਂਦਾ ਹੈ। ਸਰੀਰ ਦਾ ਕਮਜ਼ੋਰ ਹੋ ਜਾਣਾ, ਅੱਖਾਂ ਨੀਚੇ ਕਾਲਾ ਘੇਰਾ ਬਣ ਜਾਣਾ, ਅੱਖਾਂ ਦੀ ਨਿਗਾਹ ਦਾ ਹੌਲੀ ਹੌਲੀ ਚਲੇ ਜਾਣਾ, ਹਾਰਟ ਦਾ ਕਮਜ਼ੋਰ ਹੋ ਜਾਣਾ, ਲਿਵਰ ਦਾ ਕਮਜ਼ੋਰ ਹੋ ਜਾਣਾ, ਸੈਕਸੁਅਲ ਪ੍ਰੋਬਲਮ ਆ ਜਾਣੀ, ਸਟੈਂਡਿੰਗ ਪਾਵਰ, ਟਾਈਮਿੰਗ ਪਾਵਰ ਬਿਲਕੁਲ ਖਤਮ ਹੋ ਜਾਂਦੀ ਹੈ। ਫਿਰ ਮੈਮਰੀ ਲਾਸ ਤੇ ਆਈਜ਼ ਤੇ ਜਦੋਂ ਸ਼ੂਗਰ ਲੈਵਲ ਕਿਤੇ ਵੱਧ ਜਾਵੇ ਨਾ ਲੈਲ ਸਾਹਿਬ, ਜੀ ਵੀ ਅਚਾਨਕ ਕੋਈ ਮਿੱਠਾ ਖਾ ਲਿਆ ਤਾਂ ਉਹਦੇ ਨਾਲ ਕਿਤੇ ਸ਼ੂਗਰ ਲੈਵਲ ਜ਼ਿਆਦਾ ਵੱਧ ਗਿਆ, ਉਹਦਾ ਸਾਈਡ ਇਫੈਕਟ ਆਈਜ਼ ਤੇ ਬਹੁਤ ਬੈਡ ਪੈਂਦਾ। ਕਈ ਵਾਰੀ ਕਈ ਪਰਸਨ ਐਸੇ ਨੇ ਜਿਹਨਾਂ ਦੀ ਨਿਗਾਹ ਇੱਕਦਮ ਚਲੀ ਗਈ ਹੈ ਔਰ ਦੁਬਾਰਾ ਉਹਦੇ ਆਉਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ। ਕਈ ਪਰਸਨ ਨੂੰ ਐਸੀਆਂ ਸੈਕਸੁਅਲ ਪ੍ਰੋਬਲਮ ਆਈ ਨੇ ਕਿ ਉਹ ਆਪਣੇ ਜਿਹੜਾ ਆਪਣੀ ਗ੍ਰਸਤੀ ਹੈ, ਗ੍ਰਸਤੀ ਦੇ ਕਾਬਿਲ ਰਹੇ ਹੀ ਨਹੀਂ ਤੇ ਦੁਬਾਰਾ ਜਿਹੜੀਆਂ ਪ੍ਰੋਬਲਮ ਨੇ ਸੋਲਵ ਹੁੰਦੀਆਂ ਨੇ, ਲੇਕਿਨ ਕੁਝ ਪ੍ਰੋਬਲਮ ਇਸ ਲੈਵਲ ਤੇ ਆ ਜਾਂਦੇ ਨੇ ਜਿਵੇਂ ਆਈ ਸਾਈਡ ਦਾ ਗਿਰਨਾ, ਉਹਨੂੰ ਦੁਬਾਰਾ ਕਿਉਰ ਕਰਨਾ ਬੜਾ ਔਖਾ ਹੈ ਜੀ। ਸੈਕਸੁਅਲ ਪ੍ਰੋਬਲਮ ਆ ਗਈ, ਲਿਵਰ ਦੀ ਪ੍ਰੋਬਲਮ ਆ ਗਈ, ਹਾਰਟ ਦੀ ਪ੍ਰੋਬਲਮ ਆ ਗਈ, ਕਿਉਰ ਕਰ ਸਕਦੇ ਆ। ਪਰ ਜੇ ਕਿਤੇ ਹਾਰਟ ਪ੍ਰੋਬਲਮ ਆ ਕੇ ਵੀ ਜ਼ਿਆਦਾ ਵੀਕਨੈਸ ਦੇ ਨਾਲ, ਕਿਉਂਕਿ ਮੈਕਸਿਮਮ ਇਸ ਤਰ੍ਹਾਂ ਦੇ ਪੇਸ਼ੈਂਟ ਦੇ ਕੋਲੈਸਟਰੋਲ ਜਿਹੜਾ ਲਿਪਿਡ ਪ੍ਰੋਫਾਈਲ ਹੈ ਨਾ ਜੀ, ਉਹ ਅਪ ਲੈਵਲ ਤੇ ਜਾਂਦਾ ਹੈ, ਉਹ ਵੀ ਵੱਧ ਗਿਆ ਹੋਵੇ, ਇੱਧਰ ਸ਼ੂਗਰ ਵੀ ਹੋਵੇ, ਕਿਤੇ ਅਚਾਨਕ ਹਾਰਟ ਅਟੈਕ ਹੀ ਹੋ ਜਾਏ। ਹੁਣ ਡਾਕਟਰ ਸਾਹਿਬ ਗੱਲ ਇਹ ਆ ਕਿ ਜਿਵੇਂ ਆਮ ਬੰਦਾ, ਚਲੋ ਸ਼ੂਗਰ ਦੀ ਗੱਲ ਕਰ ਹੀ ਰਹੇ ਆ, ਤੇ ਜਿਹੜੀ ਵੀ ਤੁਸੀਂ ਸ਼ੂਗਰ ਦੀ ਜਿਹੜੀ ਦਵਾਈ ਦਿੰਦੇ ਹੋ ਤੁਸੀਂ ਕੀ ਆਪਣੀ ਕੋਈ ਤੁਸੀਂ ਆਪ ਬਣਾਉਂਦੇ ਹੋ ਕਿ ਜਾਂ ਤੁਸੀਂ ਮਾਰਕੀਟ ਚੋਂ ਜਿਵੇਂ ਰਾਮਦੇਵ ਹੈ ਜਾਂ ਹਿਮਾਲਿਆ ਵਾਲੇ ਨੇ ਜਾਂ ਕੁਝ ਹੋਰ ਇਦਾਂ ਦੀਆਂ ਸੰਜੀਵਨੀ ਵਾਲੇ ਨੇ, ਇਹ 5-7 ਜਿਹੜੀਆਂ ਆਮ ਮਾਰਕੀਟ ਦੇ ਵਿੱਚ ਜਿਹੜੀਆਂ ਉਹ ਚੱਲ ਰਹੀਆਂ ਕੰਪਨੀਆਂ, ਉਹਨਾਂ ਦੀ ਦਵਾਈ ਦਿੰਦੇ ਜਾਂ ਤੁਸੀਂ ਆਪ ਬਣਾਉਂਦੇ ਹੋ ਜਿਹੜੀ ਸ਼ੂਗਰ ਵਾਸਤੇ ਦਵਾਈ? ਨਹੀਂ ਲੈਲ ਸਾਹਿਬ, ਮੈਂ ਦਵਾਈਆਂ ਸਾਰੀਆਂ ਆਪ ਪ੍ਰਪੇਅਰ ਕਰਦਾ ਜੀ। ਮੇਰੇ ਕੋਲ ਰਾ ਮਟੀਰੀਅਲ ਆਉਂਦਾ, ਮੈਂ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਜੜੀ ਬੂਟੀਆਂ ਮੰਗਵਾਉਣਾ ਜੀ, ਵਧੀਆ ਦੇਖ ਕੇ ਉਹਨਾਂ ਨੂੰ ਆਪ ਤਿਆਰ ਕਰਦਾ ਤੇ ਮੇਰਾ ਆਪਣਾ ਬ੍ਰਾਂਡ ਹੈ ਜੀ, ਮੇਰੀ ਆਪਣੀ ਫਾਰਮੇਸੀ ਹੈ ਜੀ। ਮੈਂ ਉੱਥੇ ਦਵਾਈਆਂ ਤਿਆਰ ਕਰਦਾ, 200 ਤੋਂ ਉੱਪਰ ਕਰੀਬ ਮੇਰੀਆਂ ਦਵਾਈਆਂ ਜਿਹੜੀਆਂ ਪੰਜਾਬ ਸਰਕਾਰ ਤੋਂ ਅਪਰੂਵਡ ਨੇ, ਉਹਨਾਂ ਦੇ ਅਧੀਨ ਹੀ ਮੈਂ ਇਹ ਕੰਮ ਕਰਦਾ। ਤੇ ਦਵਾਈ ਮੇਰੀ ਬਕਾਇਦਾ ਜਿਹੜੀ ਮੈਂ ਦਿੰਦਾ ਉਹ ਆਪ ਤਿਆਰ ਕਰਕੇ ਦਿੰਦਾ, ਕਿਉਂਕਿ ਪੇਸ਼ੈਂਟ ਨੂੰ ਜੇ ਭਰੋਸਾ ਦੇਣਾ ਹੈ ਤਾਂ ਭਰੋਸੇ ਦੇ ਵਾਸਤੇ ਥੋੜਾ ਮਾਈਂਡ ਆਪਣਾ ਪ੍ਰਪੇਅਰ ਔਰ ਕੋਈ ਸਟੈਂਡ ਤਾਂ ਹੋਣਾ ਚਾਹੀਦਾ ਨਾ। ਮੈਂ ਦਵਾਈ ਆਪ ਤਿਆਰ ਕਰਦਾ ਔਰ ਉਸ ਦਵਾਈ ਦੇ ਵੱਲੋਂ ਮੈਨੂੰ ਨਿਰਾਸ਼ਤਾ ਕਿਤੇ ਨਹੀਂ ਮਿਲੀ। ਹਾਂ, ਕੁਝ ਲੋਕ ਜਿਹੜੇ ਕਈ ਵਾਰੀ ਕੰਪਲੇਂਟ ਕਰਦੇ ਵੀ ਨੇ ਵੀ ਲੈਵਲ ਘੱਟ ਡਾਊਨ ਆਇਆ ਜਾਂ ਲੈਵਲ ਨਹੀਂ ਡਾਊਨ ਆਇਆ, ਕਈ ਵਾਰੀ ਕਨਸਟੀਪੇਸ਼ਨ ਦਾ ਜ਼ਿਆਦਾ ਹੋਣਾ ਜਾਂ ਲਿਵਰ ਦਾ ਜ਼ਿਆਦਾ ਵੀਕ ਚਲੇ ਜਾਣਾ ਜਾਂ ਫਿਰ ਪਰਹੇਜ਼ ਨਾ ਰੱਖਣਾ। ਸਭ ਤੋਂ ਵੱਡੀ ਗੱਲ ਹੈ ਕਿ ਕਈ ਨਾ ਪਰਸਨ ਘਰ ਵਿੱਚ ਨਹੀਂ ਮਿੱਠਾ ਮੁੱਠਾ ਖਾਂਦੇ, ਉਹ ਬਾਹਰ ਜਾ ਕੇ ਮਿੱਠਾ ਖਾਂਦੇ ਨੇ। ਔਰ ਸਭ ਤੋਂ ਵੱਡੀ ਗੱਲ ਸ਼ੂਗਰ ਦਾ ਅੱਜ ਦਾ ਮੇਨ ਰੀਜ਼ਨ ਸਟ੍ਰੈਸ ਲੈਵਲ, ਟੈਨਸ਼ਨ ਹੀ ਇੰਨੀਆਂ ਨੇ। ਆਪਾਂ ਗੱਲ ਕਰਾਂਗੇ ਵੀ ਇਹਨੂੰ ਸ਼ੂਗਰ ਦੇ ਰੋਗ ਨੂੰ ਜਿਹੜਾ ਦਵਾਈਆਂ ਦੇ ਨਾਲ ਤੇ ਜਾਂ ਜਿਹੜਾ ਪਰਹੇਜ਼ ਹੈ ਜਾਂ ਉਹਦੇ ਕਿਹੜੀ ਉਪਾਅ ਨੇ ਜਿਹੜੇ ਸ਼ੂਗਰ ਦਾ ਜਿਹੜਾ ਮਰੀਜ਼ ਹੈ ਜੇ ਉਹ ਉਸ ਗੱਲ ਦੇ ਉੱਤੇ ਪੱਕਾ ਰਵੇ, ਉਪਾਅ ਕਰੇ ਤੇ ਉਹ ਸ਼ੂਗਰ ਦਾ ਲੈਵਲ ਜਿਹੜਾ ਦਵਾਈ ਦੇ ਨਾਲ ਨਾਲ ਇੱਕ ਪਰਹੇਜ਼ ਜਾਂ ਉਪਾਅ ਜਿਹੜਾ ਕੀਤਾ ਜਾਂਦਾ ਉਹਦੇ ਨਾਲ ਵੀ ਕੰਟਰੋਲ ਕੀਤੀ ਜਾ ਸਕਦੀ ਹੈ। ਮੈਂ ਲੈਲ ਸਾਹਿਬ ਜਦੋਂ ਪੇਸ਼ੈਂਟ ਅਟੈਂਡ ਕਰਦਾ ਨਾ ਜੀ, ਪੇਸ਼ੈਂਟ ਆ ਗਿਆ, ਉਹਨੇ ਆਪਣੀ ਪਲਸ ਦਿਖਾਈ, ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਪਲਸ ਡਾਇਗਨੋਸ ਤੇ ਚੱਲਦਾ ਜੀ ਮੈਂ, ਪਲਸ ਡਾਇਗਨੋਸ, ਫੇਸ ਡਾਇਗਨੋਸ ਹੈ ਨਾ ਜੀ। ਤੇ ਉਹ ਪੇਸ਼ੈਂਟ ਆਇਆ, ਉਹਨੂੰ ਉਹਦੀ ਨਬਜ਼ ਦੇਖੀ, ਉਹਨੂੰ ਦੱਸਿਆ ਵੀ ਤੈਨੂੰ ਸ਼ੂਗਰ ਹੈ, ਤੈਨੂੰ ਕਨਸਟੀਪੇਸ਼ਨ ਦੀ ਪ੍ਰੋਬਲਮ ਹੈ, ਉਹਨੂੰ ਰੀਜ਼ਨ ਦੇ ਦਿੱਤੇ ਵੀ ਤੇਰਾ ਆਹ ਰੀਜ਼ਨ ਹੈ, ਵੀ ਤੈਨੂੰ ਤੇਰੇ ਅੰਦਰ ਪ੍ਰੋਬਲਮ ਹੈ। ਜੀ ਜੀ। ਲੇਕਿਨ ਉਹਦੇ ਵਿੱਚ ਕੀ ਆ ਕਿ ਜਦੋਂ ਉਹਨੂੰ ਸ਼ੂਗਰ ਵਾਸਤੇ ਕਹਿੰਦੇ ਨਾ ਉਹਦਾ ਨਬਜ਼ ਚੈੱਕ ਕਰੀਦੀ ਹੈ, ਨਬਜ਼ ਵਿੱਚ ਜਦੋਂ ਸਟ੍ਰੈਸ ਲੈਵਲ ਹਾਈ ਆਉਂਦਾ ਨਾ ਜੀ, ਉਹਨੂੰ ਪੁੱਛੀਦਾ ਵੀ ਤੇਰਾ ਸਟ੍ਰੈਸ ਲੈਵਲ ਬਹੁਤ ਹਾਈ ਹੈ, ਇਹਨੂੰ ਕਿਵੇਂ ਠੀਕ ਕਰਾਂਗੇ, ਇਹਨੂੰ ਕਿਵੇਂ ਤੁਸੀਂ ਠੀਕ ਕਰ ਸਕਦੇ ਹੋ? ਡਾਕਟਰ ਸਾਹਿਬ ਕਿੱਥੇ ਠੀਕ ਹੋਣਾ ਹੈ, ਘਰ ਦੇ ਵਿੱਚ ਆਹ ਪ੍ਰੋਬਲਮ ਆ, ਬੱਚੇ ਤੰਗ ਕਰਦੇ ਆ, ਹਸਬੈਂਡ ਸ਼ਰਾਬ ਪੀਂਦਾ ਤੰਗ ਕਰਦਾ, ਕੰਮ ਨਹੀਂ ਹੈਗਾ, ਜਾਂ ਅਸੀਂ ਗਰੀਬ ਆ, ਹੈ ਨਾ ਜੀ, ਪ੍ਰੋਬਲਮ ਆਉਂਦੀਆਂ ਨੇ ਜੀ। ਉਹ ਸਟ੍ਰੈਸ ਲੈਵਲ ਘੱਟ ਕਰਨ ਦਾ ਉਹਨਾਂ ਕੋਲ ਕੋਈ ਸਾਧਨ ਹੀ ਨਹੀਂ ਹੁੰਦਾ ਜੀ। ਮੈਡੀਸਨ ਦੇ ਨਾਲ ਤਾਂ ਜੀ ਅਸੀਂ ਸਿਰਫ ਇੰਨਾ ਕੁ ਉਹਨੂੰ ਰਿਲੀਫ ਦੇ ਸਕਦੇ ਹਾਂ ਕਿ ਉਹਨੂੰ ਮੈਂਟਲੀ ਦਿਮਾਗੀ ਤਾਕਤ, ਉਹਦੀ ਮੈਮਰੀ ਪਾਵਰ ਦੀ ਤਾਕਤ, ਉਹਨੂੰ ਫਿਜ਼ੀਕਲੀ ਤਾਕਤ ਉਹ ਦੇ ਦਿੱਤੀ। ਫਿਰ ਥੋੜੀ ਜਿਹੀ ਉਹਦੇ ਨਾਲ ਅਸੀਂ ਕਾਉਂਸਲਿੰਗ ਕਰ ਸਕਦੇ ਹਾਂ ਵੀ ਹਾਂ ਯਾਰ ਵੀ ਤੂੰ ਦੇਖੋ ਵੀ ਸਰੀਰ ਹੈ, ਸਰੀਰ ਬਾਰ-ਬਾਰ ਨਹੀਂ ਮਿਲਦਾ, ਇੱਕੋ ਵਾਰੀ ਮਿਲਦਾ ਹੈ, ਤੁਸੀਂ ਕਿਸੇ ਤਰੀਕੇ ਨਾਲ ਥੋੜਾ ਸਟ੍ਰੈਸ ਲੈਵਲ ਦਾ ਘਟਾਓ ਵੀ ਜਿਹਦੇ ਨਾਲ ਥੋੜਾ ਤੁਹਾਡੀ ਸ਼ੂਗਰ ਨੂੰ। ਹੁਣ ਕਈ ਪੇਸ਼ੈਂਟ ਅੱਜ ਕੱਲ੍ਹ ਕਹਿੰਦੇ ਨੇ ਜੀ ਮਿੱਠਾ ਵੀ ਨਹੀਂ ਖਾਧਾ ਜੀ, ਸਾਨੂੰ ਕਬਜ਼ ਵੀ ਨਹੀਂ ਹੈਗੀ, ਸਾਨੂੰ ਗੈਸ ਵੀ ਨਹੀਂ ਹੈਗੀ। ਅਕਸਰ ਮੇਰੇ ਖਿਆਲ 'ਚ ਜਿਹੜੀਆਂ ਦਵਾਈਆਂ ਆਪਾਂ ਕੈਨੇਡਾ ਭੇਜਦੇ ਹਾਂ ਜੀ, ਗਿੱਲ ਸਾਹਿਬ ਨੇ ਮੈਨੂੰ ਕਈ ਵਾਰ ਦੱਸਿਆ, ਤੇ ਉਹ ਕਹਿੰਦੇ ਵੀ ਪੇਸ਼ੈਂਟ ਕਹਿੰਦੇ ਨੇ ਕਿ ਨਾ ਸਾਨੂੰ ਕਬਜ਼ ਹੈ, ਨਾ ਸਾਨੂੰ ਹੋਰ ਕੋਈ ਪ੍ਰੋਬਲਮ ਹੈ, ਤੇ ਨਾ ਹੀ ਅਸੀਂ ਮਿੱਠਾ ਖਾ ਰਹੇ ਹਾਂ, ਸਾਡੀ ਸ਼ੂਗਰ ਫਿਰ ਵੀ ਨਹੀਂ ਘਟ ਰਹੀ। ਇਹਦਾ ਮਤਲਬ ਤੁਹਾਡੀ ਦਵਾਈ ਇੰਡੀਆ ਤੋਂ ਬਾਹਰ ਜਿਹੜੀ ਆ ਉਹ ਕੈਨੇਡਾ ਜਾਂ ਅਮਰੀਕਾ ਵਰਗੇ ਦੇਸ਼ਾਂ 'ਚ ਵੀ ਜਾਂਦੀ ਹੈ? ਤਕਰੀਬਨ ਲੈਲ ਸਾਹਿਬ ਸਾਰੇ ਵਰਲਡ 'ਚ ਹੈ ਜੀ, ਸਾਰੇ ਵਰਲਡ 'ਚ ਜਾਂਦੀ। ਹਾਂਜੀ, ਜਿੱਥੋਂ ਕੋਈ ਲੋਕ ਮੰਗਵਾਉਂਦੇ ਨੇ, ਇੰਟਰਸਟ ਲੈਂਦੇ ਨੇ ਮੇਰੇ ਵਿੱਚ, ਤਾਂ ਮੈਂ ਦਵਾਈ ਭੇਜ ਦਿੰਦਾ ਜੀ, ਉਹ ਦਵਾਈ ਚਲੇ ਜਾਂਦੀ ਆ। ਤੇ ਕੋਸ਼ਿਸ਼ ਕਰੀਦੀ ਆ ਪੂਰੀ 100% ਵੀ ਦਵਾਈ ਵਧੀਆ ਤਰੀਕੇ ਨਾਲ ਬਣਾ ਕੇ ਦੇਈ ਜਾਵੇ ਤਾਂ ਕਿ ਜਿਹੜਾ ਪਰਸਨ ਹੈ ਉਹਨੂੰ ਰਿਲੀਫ ਮਿਲੇ। ਕਿਉਂਕਿ ਲੈਲ ਸਾਹਿਬ
ਜਦੋਂ ਕਿਸੇ ਪੇਸ਼ੈਂਟ ਨੂੰ ਦਵਾਈ ਭੇਜਣੀ ਆ, ਦੇਖੋ ਉਹਨੇ ਸਾਨੂੰ ਪੈਸਾ ਦੇਣੀ ਆ ਨਾ ਜੀ, ਬਿਲਕੁਲ ਬਿਲਕੁਲ ਅਸੀਂ ਜਿੰਨੇ ਮੰਗਣੇ ਉਹਨਾਂ ਨੂੰ ਦੇ ਦੇਣੇ ਆ, ਤੇ ਪਰ ਸਾਡਾ ਫਰਜ਼ ਬਣਦਾ ਨਾ ਜੀ, ਜੇ ਅਗਲਾ ਪੈਸੇ ਦੇ ਰਿਹਾ ਤਾਂ ਉਹਨੂੰ ਵਧੀਆ ਦਵਾਈ ਬਣਾ ਕੇ ਦਿਓ ਨਾ ਜੀ। ਤਾਂ ਤੁਸੀਂ ਹੁਣ ਦਵਾਈ ਆਪ ਬਣਾਉਂਦੇ ਹੋ, ਹਾਂਜੀ ਜਿਹਦਾ ਸ਼ੂਗਰ ਦੀ ਬਣਾਈ ਹੈ ਜਾਂ ਲਿਵਰ ਦੀ ਬਣਾਉਂਦੇ ਹੋ, ਕਿਡਨੀ ਦੀ ਬਣਾਉਂਦੇ ਹੋ, ਕੀ ਸੈਕਸ ਜਿਹੜੀ ਆਮ ਤੌਰ ਤੇ ਲੋਕਾਂ ਜਾਂ ਸ਼ਿਕਾਇਤ ਇਹ ਆ ਰਹੀ ਆ, ਜਿਹੜੀ ਵੱਡੀ ਉਮਰ ਵਾਲੀ, ਵੱਡੀ ਉਮਰ ਦਾ ਭਾਵ ਜਿਹੜਾ 40-45 ਸਾਲ ਤੋਂ ਉੱਪਰ ਚਲੇ ਜਾਂਦਾ, ਹਾਂਜੀ ਉਹਨੂੰ ਸਟ੍ਰੈਸ ਤੇ ਹੁੰਦਾ ਹੀ ਆ, ਹੁੰਦਾ ਜੀ, ਸਟ੍ਰੈਸ ਵੀ ਹੁੰਦਾ, ਕੰਮ ਦਾ ਵੀ ਜ਼ੋਰ ਹੁੰਦਾ, ਕੋਈ ਇਦਾਂ ਦੀਆਂ ਪ੍ਰੋਬਲਮਸ ਵੀ ਆ ਜਾਂਦੀਆਂ, ਉਹ ਸੈਕਸ਼ੂਅਲ ਪ੍ਰੋਬਲਮ ਦੇ ਵਿੱਚ ਬੜਾ ਉਹ ਚਿੰਤਾਤ ਹੁੰਦਾ, ਕਿਉਂਕਿ ਇਹ ਅਜਿਹੀ ਬਿਮਾਰੀ ਹੈ ਜਿਹਨੂੰ ਗੁਪਤ ਰੋਗ ਕਹਿੰਦੇ ਆ, ਬਿਲਕੁਲ ਜੀ ਵੀ ਬਿਲਕੁਲ, ਆਮ ਤੌਰ ਤੇ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ, ਹਾਂਜੀ ਵੱਧ ਤੋਂ ਵੱਧ ਜੇ ਉਹਨੂੰ ਕੋਈ ਬਹੁਤ ਕਿਤੇ ਡਾਕਟਰ ਕੋਲ ਕੇ ਕਰਦਾ, ਕਿ ਇਸ ਲੈਵਲ ਦੀ ਵੀ ਕੋਈ ਉਸ ਬਿਮਾਰੀ ਨਾਲ ਸੰਬੰਧਿਤ ਜਿਹੜੀ ਗੁਪਤ ਰੋਗ ਨਾਲ ਸੰਬੰਧਿਤ ਜਿਹੜੀਆਂ ਦਵਾਈ ਹੈ ਉਹ ਤੁਸੀਂ ਬਣਾਉਂਦੇ ਹੋ ਤੇ ਤੁਸੀਂ ਬਿਲਕੁਲ ਬਿਲਕੁਲ ਉਹ ਮੈਂ ਦੱਸ ਦਿੰਦਾ। ਇਹਦਾ ਇਲਾਜ ਹੈ ਪੱਕਾ? ਹਾਂਜੀ ਹਾਂਜੀ, ਤੇ ਪਹਿਲਾਂ ਵਾਲੀ ਗੱਲ ਮੈਂ ਕਲੀਅਰ ਕਰ ਦਵਾਂ ਇੱਕ ਵਾਰੀ ਵੀ, ਉਹ ਫਿਰ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਸਟ੍ਰੈਸ ਲੈਵਲ ਤਾਂ ਸਾਡਾ ਨਹੀਂ ਘਟਾ ਸਕਦੇ ਜੀ, ਜੀ ਫਿਰ ਉਹਨਾਂ ਨੂੰ ਇੰਟਰਨਲ ਪਾਵਰ ਦੇ ਕੇ ਕੋਸ਼ਿਸ਼ ਕਰਕੇ ਕਾਉਂਸਲਿੰਗ ਕਰਕੇ ਉਹਨਾਂ ਨੂੰ ਥੋੜਾ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ। ਜੀ ਕੁਝ ਪਰਸਨ ਤਾਂ ਸਮਝ ਜਾਂਦੇ ਨੇ, ਕੁਝ ਪਰਸਨ ਫਿਰ ਅੜੇ ਵੀ ਰਹਿੰਦੇ ਨੇ, ਫਿਰ ਉਹਨਾਂ ਦਾ ਲੈਵਲ ਅਗਰ ਸ਼ੂਗਰ ਦੀ ਉਸ ਦਵਾਈ ਨਾਲ ਨਾ ਘਟੇ ਤਾਂ ਫਿਰ ਉਹਨਾਂ ਨੂੰ ਥੋੜਾ ਜਿਹਾ ਰਸ ਔਸ਼ਧੀਆਂ ਵੱਲ, ਜਿਵੇਂ ਜਾਤੀ ਫਲਾਤੀ ਵੱਡੀ ਆਉਂਦੀ ਹੈ ਜੀ, ਰਸਤੰਤਰ ਸਾਰ ਸੰਗ੍ਰਹ ਦਾ ਯੋਗ ਹੈ, ਫਿਰ ਕੁਝ ਹੋਰ ਦਵਾਈਆਂ ਐਕਸਟਰਾ ਦੇ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਲੈਵਲ ਤੇ ਲੈ ਆਈਦਾ ਆ, ਤਾਂ ਕਿ ਪੇਸ਼ੈਂਟ ਜਿਹੜਾ ਹੈਗਾ ਉਹ ਆਯੁਰਵੇਦ ਨਾਲ ਜੁੜਿਆ ਵੀ ਰਵੇ ਤੇ ਪ੍ਰੋਫੈਸ਼ਨਲੀ ਸਾਡੇ ਨਾਲ ਵੀ ਜੁੜਿਆ ਰਵੇ ਤੇ ਉਹਦਾ ਫਾਇਦਾ ਵੀ ਹੁੰਦਾ ਰਵੇ ਜੀ। ਬਿਲਕੁਲ। ਹੁਣ ਅਗਲੀ ਜਿਹੜੇ ਤੇ ਗੱਲ ਕਰੀ ਹੈ ਵੀ ਇਹਦੇ ਨਾਲ ਆਉਣ ਵਾਲੀ ਸੈਕਸ ਦੀ ਕਮਜ਼ੋਰੀ ਦੀ, ਲੈਲ ਸਾਹਿਬ ਅੱਜ ਕੱਲ ਸ਼ੂਗਰ ਦੇ ਨਾਲ ਸੈਕਸੁਅਲ ਵੀਕਨੈਸ ਦਾ ਆਉਣਾ ਇਹ ਤਾਂ ਡੈਫੀਨਿਟਲੀ ਹੈਗਾ ਹੀ ਹੈ ਜੀ, ਪੱਕਾ। ਲੇਕਿਨ ਵੈਸੇ ਵੀ ਅੱਜ ਕੱਲ ਸਾਡੀ ਜਨਰੇਸ਼ਨ ਅਸੀਂ ਲੋਕ ਇਸ ਪ੍ਰੋਬਲਮ ਤੋਂ ਤਕਰੀਬਨ ਬਹੁਤ % ਅਸੀਂ ਰਿਟਰਡ ਆ ਜੀ। ਸਾਡੀ ਪ੍ਰੋਬਲਮ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਵਧੀ ਹੋਈ ਹੈ, ਲੋਕਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਸੈਕਸ ਦੀ, ਇਰੈਕਸ਼ਨ ਦੀ ਵੀ ਔਰ ਟਾਈਮਿੰਗ ਦੀ ਵੀ। ਰੀਜ਼ਨ ਬੀਇੰਗ ਕਿ ਸਟ੍ਰੈਸ ਲੈਵਲ ਇੱਥੇ ਵੀ ਕੰਮ ਕਰਦਾ ਹੈ, ਓਕੇ, ਜਿਹੜਾ ਦਿਮਾਗੀ ਪ੍ਰੈਸ਼ਰ ਆ ਨਾ ਜੀ ਉਹ ਇੱਥੇ ਵੀ ਕੰਮ ਕਰਦਾ, ਤੁਹਾਡੇ ਦਿਮਾਗ ਤੇ ਪ੍ਰੈਸ਼ਰ ਆ, ਟੈਨਸ਼ਨ ਆ ਨਾ ਜੀ, ਤਾਂ ਕੁਦਰਤੀ ਗੱਲ ਹੈ ਕਿ ਮੈਂ ਡਾਇਰੈਕਟਲੀ ਗੱਲ ਕਹਿ ਰਿਹਾ ਤਾਂ ਤੁਹਾਡੀ ਵੈਸੇ ਹੀ ਰਿਐਕਸ਼ਨ ਨਹੀਂ ਹੋਣੀ। ਕੋਈ ਜੋ ਤੁਹਾਡੇ ਦਿਮਾਗ ਤੇ ਤੁਹਾਡਾ ਇੰਨਾ ਪ੍ਰੈਸ਼ਰ ਆਇਆ ਹੋਇਆ, ਕੋਈ ਤੁਸੀਂ ਟੈਨਸ਼ਨ ਵਿੱਚੋਂ ਕੋਈ ਕੇਸ ਹੋ ਗਿਆ, ਕੋਈ ਝਗੜਾ ਹੋ ਗਿਆ, 100 ਕੁਝ ਹੋ ਗਿਆ, ਉਹ ਵੈਸੇ ਹੀ ਦਿੱਕਤ ਆ ਜਾਂਦੀ ਹੈ ਜੀ। ਤੇ ਫਿਰ ਅਸੀਂ ਬਿਜ਼ੀ ਜੰਨੇ ਰਹਿੰਦੇ ਆ ਜੀ, ਆਪਣਾ ਨੂੰ ਬਿਜ਼ੀ ਜੰਨਾ ਕਰ ਲਿਆ, ਕਿਉਂਕਿ ਪੈਸੇ ਦੀ ਦੌੜ ਹੈ ਜੀ, ਪੈਸੇ ਬਿਨਾਂ ਸਰਦਾ ਵੀ ਨਹੀਂ, ਤੇ ਪੈਸੇ ਦੀ ਦੌੜ ਫਿਰ ਸਾਨੂੰ ਇਸ ਲੈਵਲ ਤੇ ਵੀ ਲੈ ਕੇ ਆਉਂਦੀ ਹੈ ਜੀ। ਆਯੁਰਵੇਦ ਦੇ ਵਿੱਚ, ਹੋਮੋਪੈਥੀ ਦੇ ਵਿੱਚ ਇਸ ਪ੍ਰੋਬਲਮ ਦਾ, ਸੈਕਸੁਅਲ ਪ੍ਰੋਬਲਮ ਦਾ, ਚਾਹੇ ਉਹ ਇਰੈਕਸ਼ਨ ਸੰਬੰਧੀ ਹੈ, ਚਾਹੇ ਉਹ ਟਾਈਮਿੰਗ ਸੰਬੰਧੀ ਹੈ, ਚਾਹੇ ਕਿਸੇ ਨੂੰ ਧਾਤ ਪੈਂਦੀ ਹੈ, ਯਾਨੀ ਕਿ ਜਿਹੜਾ ਯੂਰਿਨ ਦੇ ਵਿੱਚ ਸਿਮਨ ਦੋਣਾ, ਹਾਂ ਜੀ ਸਪੰਦੋਸ਼ ਹੈ ਨਾ ਸਾਰਾ, ਉਹ ਇਹਦੇ ਨਾਲ ਰਿਲੇਟਡ ਆ ਜੀ, ਇਹਦੇ ਵਿੱਚ ਹੀ ਪ੍ਰੋਬਲਮ ਆਉਂਦੀਆਂ ਨੇ, ਤੇ ਇਹ ਪ੍ਰੋਬਲਮਸ ਅੱਜ ਕੱਲ੍ਹ ਆਮ ਹੋ ਚੁੱਕੀਆਂ ਨੇ। ਕੁਝ ਸਾਡੇ ਜਿਹੜੇ ਇਹ ਦਵਾਈਆਂ ਦੇਣ ਵਾਲੇ ਕੁਝ ਡਾਕਟਰ ਲੋਕ, ਮੈਂ ਕਹਿ ਸਕਦਾ ਕੁਝ ਜਿਹੜੇ ਵੈਦ ਲੋਕ, ਕੁਝ ਵੀ ਲਾ ਲਓ ਜੀ, ਜਿਹੜੇ ਥੋੜ੍ਹਾ ਜਿਹਾ ਲੋਕਾਂ ਨੂੰ ਦਵਾਈਆਂ ਦਿੰਦੇ ਨੇ, ਉਹਨਾਂ ਵੱਲੋਂ ਨਾ ਕੁਝ ਗਲਤ ਗਾਈਡੈਂਸ ਅੱਜ ਕੱਲ੍ਹ ਬੜੀ ਚੱਲ ਰਹੀ ਹੈ ਜੀ। ਉਹ ਗਲਤ ਗਾਈਡੈਂਸ ਇਹ ਚੱਲ ਰਹੀ ਆ, ਉਹ ਕਈ ਲੋਕਾਂ ਨੂੰ ਕਹਿੰਦੇ ਨੇ ਜੀ ਵੀ ਤੁਸੀਂ ਮਾਸਟਰਬੇਸ਼ਨ ਯਾਨੀ ਕਿ ਹਸਤ ਮੈਥੁਨ ਤੁਸੀਂ ਕਰ ਸਕਦੇ ਹੋ, ਵੀ ਉਹਦੇ ਨਾਲ ਤੁਹਾਡੀ ਗਰਮੀ ਨਿਕਲੇਗੀ, ਤੁਹਾਨੂੰ ਠੀਕ ਰਹੇਗਾ, ਰਿਲੀਫ ਮਿਲੇਗੀ। ਲੈਲ ਸਾਹਿਬ ਬਿਲਕੁਲ ਗਲਤ ਗੱਲ ਆ ਜੀ। ਨਵੀਂ ਜਨਰੇਸ਼ਨ ਨੂੰ ਜਾਂ ਨਵੀਂ ਜਨਰੇਸ਼ਨ ਤੋਂ ਬਾਅਦ ਕੋਈ ਸਾਡੇ ਗ੍ਰਸਤੀ ਲੋਕ ਵੀ ਜਿਹੜੇ ਇਹਨਾਂ ਗੱਲਾਂ 'ਚ ਆਉਂਦੇ ਨੇ, ਉਹਨਾਂ ਨੂੰ ਨਰਕ ਵਿੱਚ ਧਕੇਲਣ ਦੇ ਬਰਾਬਰ ਆ ਜੀ। ਬਿਲਕੁਲ ਜੀ, ਬਿਲਕੁਲ। ਤੁਸੀਂ ਉਸ ਪਾਵਰ ਨੂੰ, ਜਿਹੜੀ ਬੰਦੇ ਦੀ ਮੇਨ ਔਰ ਮੈਨ ਪਾਵਰ ਹੈ, ਉਹਨੂੰ ਤੁਸੀਂ ਖਾਰਜ ਕਰਨ ਲਈ ਕਹਿੰਦੇ ਹੋ ਜੀ। ਤੁਸੀਂ ਕਦੇ ਇਸ ਪਾਵਰ ਨੂੰ, ਇਸ ਵੀਰ ਨੂੰ ਆਪਣੇ ਅੰਦਰ ਰੱਖ ਕੇ ਤਾਂ ਦੇਖੋ ਜੀ, ਤੁਹਾਨੂੰ ਬਾਡੀ ਦੇ ਵਿੱਚ ਐਸੀ ਚੁਸਤੀ ਸਫੁਰਤੀ ਮਿਲੇਗੀ ਨਾ ਜੀ, ਤੁਹਾਨੂੰ ਦਵਾਈਆਂ ਦੀ ਜ਼ਰੂਰਤ ਨਹੀਂ ਪਏਗੀ। ਲੇਕਿਨ ਕੁਝ ਲੋਕ ਐਸੇ ਗੁੰਮਰਾਹ ਕਰ ਰਹੇ ਨੇ ਵੀ ਤੁਸੀਂ ਮਹੀਨੇ ਵਿੱਚ ਇੱਕ ਵਾਰੀ ਮਾਸਟਰਬੇਸ਼ਨ ਕਰ ਲਓ, ਠੀਕ ਰਹੇਗਾ। ਨਾ, ਹੀਟ ਵੱਧਦੀ ਨਹੀਂ ਲੈਲ ਸਾਹਿਬ, ਹੀਟ ਘਟਦੀ ਨਹੀਂ, ਹੀਟ ਵੱਧਦੀ ਹੈ ਜੀ ਉਹਦੇ ਨਾਲ। ਔਰ ਜਿਹੜੀ ਹੱਥ ਦੇ ਨਾਲ ਮਾਸਟਰਬੇਸ਼ਨ ਕਰਨ ਦੇ ਨਾਲ ਜਿਹੜੀ ਨਸਾਂ ਦੀ ਕਮਜ਼ੋਰੀ ਆਉਂਦੀ ਹੈ, ਉਹ ਬੰਦੇ ਨੂੰ ਲੱਗ ਨਰਕ ਵਿੱਚ ਲੈ ਕੇ ਜਾਂਦੀ ਹੈ, ਕਿਉਂਕਿ ਬਹੁਤ ਛੇਤੀ ਉਹ ਮਰਦੀ ਦਾ ਸ਼ਿਕਾਰ ਹੁੰਦੇ, ਉਹਨੂੰ ਸਾਹਮਣਾ ਕਰਨਾ ਪੈਂਦਾ ਜੀ। ਇਸ ਕਰਕੇ ਉਹ ਲੋਕ ਜਿਹੜੇ ਹੈਗੇ ਗੁੰਮਰਾਹ ਨਾ ਕਰਨ, ਲੋਕਾਂ ਨੂੰ ਚੰਗੀ ਸਿੱਖਿਆ ਦੇਣ ਵੀ ਲਿਮਿਟ ਦੇ ਵਿੱਚ ਰਹਿ ਕੇ ਸੈਕਸ ਕਰੋ, ਔਰ ਇਹਨੂੰ ਤੈਅ ਉਮਰ, ਰਹਿੰਦੀ ਉਮਰ ਤੱਕ ਭੋਗੋ। ਜੇ ਤੁਸੀਂ ਪਹਿਲਾਂ ਹੀ ਇਹਨੂੰ ਸਾਰਿਆਂ ਨੂੰ ਖਿਲਾਰ ਕੇ ਬਹਿ ਜਾਣਾ ਆ, ਤੁਸੀਂ ਸਾਰਾ ਸਿਸਟਮ ਵਿਗਾੜ ਕੇ ਬਹਿ ਜਾਣਾ, ਫਿਰ ਤੁਸੀਂ ਉਹੀ ਬਸ 40-45 ਸਾਲ ਦੀ ਉਮਰ ਤੱਕ ਅਕਸਰ ਮੈਨੂੰ ਸਾਹਮਣਾ ਕਰਨਾ ਪੈਂਦਾ ਐਸੇ ਲੋਕਾਂ ਦਾ ਜੀ। 45-50 ਸਾਲ ਦੇ ਬੰਦੇ ਨੇ, ਤਾਂ ਕਹਿੰਦੇ ਨੇ ਸਾਡੇ 'ਚ ਜਾਨ ਨਹੀਂ ਰਹੀ, ਪਰ ਕੀ ਫਾਇਦਾ ਜੀ ਉਹਦਾ? ਉਹਦੇ ਰੀਜ਼ਨ ਇਹ ਨੇ ਜੀ, ਬਾਥਰੂਮ ਦੇ ਵਿੱਚ ਸਿਮਨ ਨਿਕਲਦਾ ਰਹਿੰਦਾ, ਸਾਨੂੰ ਪਤਾ ਨਹੀਂ ਲੱਗਦਾ। ਡਾਕਟਰ ਲੋਕ ਕੋਈ ਡਾਇਗਨੋਸ ਕਰ ਲੈਂਦੇ ਨੇ ਤਾਂ ਟ੍ਰੀਟਮੈਂਟ ਹੋ ਜਾਂਦਾ, ਲੇਕਿਨ ਕਈ ਵਾਰੀ ਕਈ ਸਾਲ ਨਿਕਲ ਜਾਂਦੇ, ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਇਹ ਕਿ ਕੰਮ ਸਾਡੇ ਨਾਲ ਹੋ ਰਿਹਾ, ਕਿਉਂਕਿ ਵੈਸੇ ਫੀਲਿੰਗ ਸਾਨੂੰ ਨੌਲੇਜ ਨਹੀਂ ਹੈਗੀ ਕੋਈ ਨੋਰਮਲ ਜਨਤਾ ਨੂੰ। ਉਹਦੇ ਨਾਲ ਦਿੱਕਤ ਆਉਂਦੀ ਜੀ, ਉਹਦੇ ਨਾਲ ਇਹ ਬਹੁਤ ਡੀਪ ਚਲੇ ਜਾਂਦਾ, ਬਹੁਤ ਕਮਜ਼ੋਰੀ ਮਿਲ ਜਾਂਦੀ ਹੈ। ਇਹਦੇ ਟ੍ਰੀਟਮੈਂਟ ਦੀ ਜਿਹੜੀ ਗੱਲ ਆ ਜੀ, ਆਯੁਰਵੇਦਿਕ ਇੱਕ ਜਿਹੜਾ ਫਿਜ਼ੀਸ਼ੀਅਨ ਹੈ, ਆਯੁਰਵੈਦਿਕ ਡਾਕਟਰ ਅਗਰ ਚਾਹਵੇ
ਤਾਂ ਆਯੁਰਵੇਦ ਦੇ ਵਿੱਚ ਐਸੀਆਂ ਫਾਰਮੂਲੇਸ਼ਨਾਂ, ਐਸੇ ਸਾਧਨ ਨੁਸਖੇ ਐਸੇ ਪਏ ਨੇ ਕਿ ਬਿਲਕੁਲ ਖਤਮ। ਜੋ ਪਰਸਨ ਇਹ ਕਹਿ ਸਕਦਾ ਹੈ ਕਿ ਮੈਂ ਬਈ ਮੇਰੇ ਅੰਦਰ 0% ਆ, ਮੈਂ ਜੀ ਉਹ ਵੀ 0 ਤੋਂ ਹੀਰੋ ਹੋ ਸਕਦਾ। ਡਿਪੈਂਡ ਕਰਦਾ ਹੈ ਜੀ 0 ਤੋਂ ਹੀਰੋ ਬਣਨ ਵਾਸਤੇ। ਆਯੁਰਵੈਦਿਕ ਦਵਾਈਆਂ ਦੇ ਵਿੱਚ ਜਿਵੇਂ ਸਵਰਨ ਭਸਮ, ਹੀਰਕ ਭਸਮ, ਕੇਸਰ, ਕਸਤੂਰੀ ਤਾਂ ਵੈਸੇ ਬਹੁਤ ਬਰਿੱਧ ਹੈ ਜੀ, ਮਿਲਦੀ ਨਹੀਂ, ਬਲਾ ਗੌਰਮੈਂਟ ਵੱਲੋਂ ਵੈਨ ਵੀ ਹੈ। ਅਸੀਂ ਕਸਤੂਰੀ ਤੋਂ ਬਿਨਾਂ ਵੀ ਉਸ ਯੋਗ ਨੂੰ ਬਣਾ ਸਕਦੇ ਹਾਂ, ਜਿਹੜਾ ਕਿ ਯੋਗ ਕਸਤੂਰੀ ਸਹਿਤ ਹੈ, ਠੀਕ ਹੈ ਜੀ। ਉਸ ਤੋਂ ਇਲਾਵਾ ਕੇਸਰ ਹੋਇਆ, ਫਿਰ ਹੋਰ ਬਹੁਤ ਸਾਰੇ ਸੈਸਰਪੁਟੀ ਲੋਹ ਭਸਮ ਵੀ ਵਿੱਚ ਪੈਂਦੀ ਹੈ, ਸ਼ਿਲਾ ਜੀ ਦੀ ਪੈਂਦੀ ਹੈ ਜੀ। ਬਹੁਤ ਦਵਾਈਆਂ ਨੇ ਜਿਨ੍ਹਾਂ ਦਾ ਯੋਗ ਤਿਆਰ ਕਰਕੇ ਅਸੀਂ ਇੱਕ ਬਿਲਕੁਲ ਡੈੱਡ ਬੰਦੇ ਨੂੰ ਵੀ ਅਸੀਂ ਸਟੈਂਡ ਕਰ ਸਕਦੇ ਹਾਂ। ਹੁਣ ਡਿਪੈਂਡ ਕਰਦਾ ਕਿ ਪਰਸਨ ਥੋੜ੍ਹਾ ਜਿਹਾ ਖਰਚਾ ਕਰਨ ਵਾਲਾ ਹੋਵੇ, ਕਿਉਂ ਖਰਚਾ ਹੁੰਦਾ ਹੈ, ਥੋੜ੍ਹਾ ਜਿਹਾ ਪਰਸਨ ਖਰਚਾ ਕਰਨ ਵਾਲਾ ਹੋਵੇ, ਅਤੇ ਜਿਹੜਾ ਪਰਸਨ ਲੈਣ ਵਾਲਾ ਹੈ ਉਹ ਢੰਗ ਨਾਲ ਖਾਣ ਵਾਲਾ ਹੋਵੇ, ਅਤੇ ਉਹ ਪੂਰੇ ਪਰਹੇਜ਼ ਨੂੰ ਪੂਰਾ ਸਿਸਟਮੈਟਿਕਲੀ ਦਵਾਈ ਖਾਵੇ, ਤਾਂ 100% ਆਯੁਰਵੈਦਿਕ ਟ੍ਰੀਟਮੈਂਟ ਦੇ ਨਾਲ ਉਹ ਪਰਸਨ ਜਿਹੜਾ ਸੈਕਸੁਅਲ ਪ੍ਰੋਬਲਮ ਤੋਂ ਰਿਟਰਡ ਹੈ, ਉਹ ਆਪਣੀ ਉਸੇ ਸਥਿਤੀ 'ਚ ਜਾ ਸਕਦਾ ਜਿਸ ਸਥਿਤੀ 'ਚ ਉਹ ਆਪਣੀ ਜਵਾਨੀ ਵਿੱਚ ਸੀ। ਡਾਕਟਰ ਸਾਹਿਬ ਇੱਕ ਹੋਰ, ਅੱਜ ਕੱਲ੍ਹ ਜਿਵੇਂ ਇਹ ਸ਼ੂਗਰ ਹੈ ਜਾਂ ਹੋਰ ਕਈ ਪ੍ਰੋਬਲਮ, ਉਹਦੇ ਨਾਲ ਕਿ ਗਠੀਏ ਦੀ ਪ੍ਰੋਬਲਮ ਬਹੁਤ ਹੈ। ਹਾਂਜੀ। ਇਹ ਗਠੀਆ ਹੈ ਕੀ ਹੈ, ਇਹਦੇ ਇਲਾਜ ਕੀ ਨੇ ਆਯੁਰਵੈਦਿਕ ਤੇ ਉਪਾਅ ਕੀ ਨੇ? ਲਹਿਰ ਸਾਹਿਬ, ਗਠੀਆ ਤਾਂ ਅੱਜ ਕੱਲ੍ਹ ਮੇਰੇ ਖਿਆਲ 'ਚ ਕਾਫੀ ਇਹ ਦੇਖਣ 'ਚ ਆਇਆ ਕਿ ਛੋਟੇ ਬੱਚਿਆਂ 'ਚ ਵੀ ਆਉਣ ਲੱਗ ਗਿਆ ਜੀ। ਛੋਟੇ ਬੱਚੇ ਮਤਲਬ ਕਿ ਰੂਮੋਟਾਇਡ ਆਰਥਰਾਈਟਿਸ, ਗਠੀਆ, RA ਫੈਕਟਰ ਦਾ ਪੋਜ਼ਿਟਿਵ ਹੋ ਜਾਣਾ, ਉਹਦਾ ਵੱਧ ਜਾਣਾ, ਬਲੱਡ ਦੇ ਵਿੱਚ ਕਲੌਟਿੰਗ, ਜੋੜਾਂ ਦੇ ਵਿੱਚ ਰੇਸ਼ੇ ਦਾ ਫਸ ਜਾਣਾ, ਜੋੜਾਂ ਦੇ ਵਿੱਚ ਚਰਬੀ ਦਾ ਫਸ ਜਾਣਾ, ਇਹ ਸਾਰਾ ਆਉਂਦਾ ਜੀ ਆਯੁਰਵੇਦ ਮੁਤਾਬਕ ਵਾਯੂ ਦੋਸ਼ ਹੈ ਜੀ। ਇਹ ਵਾਯੂ ਦਾ ਵੱਧ ਜਾਣਾ, ਵਾਯੂ ਮੀਨਸ ਹਵਾ, ਤੇ ਉਹ ਜਦੋਂ ਨਿਊਰੋ ਸਿਸਟਮ ਦੇ ਬਲੱਡ ਸਰਕੂਲੇਸ਼ਨ ਦੇ ਵਿੱਚ ਜਾਂਦੀ ਹੈ ਜੀ, ਦੇ ਬਲੱਡ ਦੇ ਵਿੱਚ ਕਲੌਟਿੰਗ ਵੀ ਹੁੰਦੀ ਹੈ, ਉਹ 'ਤੇ ਰੇਸ਼ਾ ਕ੍ਰੀਏਟ ਹੁੰਦਾ ਹੈ, ਉਹ ਰੇਸ਼ਾ ਜਾ ਕੇ ਜੋੜਾਂ 'ਚ ਫਸਦਾ ਹੈ, ਫਿਰ ਉਹ ਚਰਬੀ ਦਾ ਰੂਪ ਵੀ ਲੈਂਦਾ, ਚਰਬੀ ਦੇ ਸਿਸਟਮ ਦੇ ਵਿੱਚ ਹੀ ਬਣ ਜਾਂਦਾ। ਉਹਦੇ ਨਾਲ ਫਿਰ ਜਿਹੜੇ ਜੋੜ ਆ ਉਹ ਆਪਣੇ ਜਿਹੜੇ ਕਾਰਵਾਈ, ਉਹ ਜਿਹੜਾ ਉਹਨਾਂ ਦੀ ਸਟਰੈਂਥ ਹੈ, ਜਿਹੜੀ ਡੈਨਸਿਟੀ, ਉਹ ਘਟਣੀ ਸ਼ੁਰੂ ਹੋ ਜਾਂਦੀ ਹੈ, ਠੀਕ ਹੈ ਜੀ। ਫਿਰ ਵਾਯੂ, ਇਹ ਰੋਗ 84 ਪ੍ਰਕਾਰ ਦੇ ਵਾਤ ਰੋਗ ਹੁੰਦੇ ਨੇ ਜੀ, ਜਿਨ੍ਹਾਂ ਦੇ ਇਸ ਟਾਈਮ ਜਿਹੜਾ ਗਠੀਆ ਨਾਲ ਸੰਬੰਧਿਤ, ਹਾਂਜੀ, ਜਿਹੜੇ ਵਾਯੂ ਰੋਗ ਜਿਹੜੇ ਸਾਡੇ ਆਯੁਰਵੇਦ ਵਿਧਾਨ ਦੇ ਮੁਤਾਬਕ। ਤੇ ਗਠੀਆ ਤਾਂ ਜੀ ਹੁਣ ਇੰਨਾ ਹੋ ਚੁੱਕਿਆ ਕਿ ਇਹ ਜਦੋਂ ਲੌਂਗ ਟਾਈਮ ਰਹਿੰਦਾ ਨਾ ਜੀ, ਹੱਥ ਪੈਰਾਂ ਦੀ ਉਂਗਲੀਆਂ ਟੇਢੀਆਂ ਹੋ ਜਾਂਦੀਆਂ, ਪੇਸ਼ੈਂਟ ਚੱਲਣ ਤੋਂ ਆਜ਼ਾਰ ਹੋ ਜਾਂਦਾ, ਨਿਊਰੋ ਸਿਸਟਮ ਇੰਨਾ ਵੀਕ ਚਲੇ ਜਾਂਦਾ ਕਿ ਖੜਨਾ ਵੀ ਔਖਾ ਹੋ ਜਾਂਦਾ, ਔਰ ਪੇਨਸ ਇੰਨੀਆਂ ਹੁੰਦੀਆਂ ਨੇ, ਸਵੈਲਿੰਗ ਆ ਜਾਂਦੀ ਹੈ, ਜੋੜ ਸੁੱਜ ਜਾਂਦੇ ਨੇ, ਗਲੂਕੋਜ਼ਾਮਾਈਨ ਖਤਮ ਹੋ ਜਾਂਦਾ। ਇਹਦਾ ਕੀ ਇਲਾਜ ਕੀ ਹੈ? ਇਹਦਾ ਇਲਾਜ ਆਯੁਰਵੇਦ ਵਿੱਚ ਬਹੁਤ ਸ਼ਾਨਦਾਰ ਆ ਜੀ। ਕੁਛ ਜਿਹੜਾ ਪੰਚਕਰਮਾ ਦੇ ਵਿੱਚ ਆ ਕੇ ਕੁਝ ਤੇਲ ਲਗਾਉਣੇ, ਇੱਕ ਗੋਡਿਆਂ ਦੇ ਉੱਤੇ ਜਾਂ ਹੋਰ ਜੋੜਾਂ ਦੇ ਉੱਤੇ ਕਟੀ ਬੱਸੀ ਕਰਨੀ। ਕਟੀ ਬੱਸੀ ਮਤਲਬ ਕਿ ਵੀ ਮਾਂ ਦਾ ਆਟਾ ਲੈ ਕੇ ਜੀ, ਉਹਨੂੰ ਉਸ ਏਰੀਏ ਦੇ ਵਿੱਚ ਮਾਂ ਦੇ ਆਟੇ ਨੂੰ ਉਹਦੀਆਂ ਕੰਧਾਂ ਖੜੀਆਂ ਕਰਕੇ ਉਹਨੂੰ ਨਾਲ, ਕਿਉਂਕਿ ਮਾਂ ਦਾ ਆਟਾ ਚਮੜੀ ਨੂੰ ਫੜ ਲੈਂਦਾ, ਮਾਂ ਦਾ ਆਟਾ ਹੀ ਇਸ ਕਰਕੇ ਯੂਜ਼ ਕੀਤਾ ਜਾਂਦਾ ਕਿ ਉਹ ਚਮੜੀ ਨੂੰ ਫੜ ਲੈਂਦਾ, ਉਹ ਫਿਰ ਲੀਕੇਜ ਨਹੀਂ ਹੋਣ ਦਿੰਦਾ, ਕਿਉਂਕਿ ਉਸ ਆਟੇ ਨੂੰ ਲਗਾ ਕੇ ਫਿਰ ਜਦੋਂ ਜ਼ਿਆਦਾ ਤੇਲ ਖੜਾਉਣਾ ਹੋਵੇ ਉਹਦੇ ਪਰ ਇੱਕ ਲੋਹੇ ਦਾ ਛੋਟਾ ਜਿਹਾ ਇੱਕ ਰਾਊਂਡ ਚੱਕਰ ਬਣਾ ਕੇ ਇੱਕ ਉਹਨੂੰ ਆਟੇ ਪਰ ਫਿੱਟ ਕਰ ਦਿੱਤਾ ਜਾਂਦਾ, ਉਹ 'ਚ ਫਿਰ ਗਰਮ ਤੇਲ ਖੜਾਇਆ ਜਾਂਦਾ। ਉਹ ਵਿਧੀ ਆ ਕੁਛ ਟਾਈਮ ਦੀ, ਗਰਮ ਤੇਲ ਖੜਾ ਦਿੱਤਾ ਜਾਂਦਾ। ਨਹੀਂ ਜੀ ਨਹੀਂ, ਇਹ ਤੇਲ ਆਯੁਰਵੈਦਿਕ ਤੇਲ ਨੇ, ਮਹਾਨਰਾਇਣ ਤੇਲ, ਮਹਾਵਿਸ਼ਕਰਮ ਤੇਲ, ਫਿਰ ਸਹਿਚਰਾਦੀ ਤੇਲ, ਫਿਰ ਧਰਮੰਤਰਮ ਤੇਲ, ਉਹ ਮੌਕੇ ਮੁਤਾਬਕ ਜਿਸ ਤਰ੍ਹਾਂ ਦੀ ਪ੍ਰੋਬਲਮ ਉਹਦੇ ਮੁਤਾਬਕ ਉਹਨੂੰ ਯੂਜ਼ ਕਰ ਲਿਆ ਜਾਂਦਾ। ਉਸ ਤੇਲ ਨੂੰ ਫਿਰ ਜਦੋਂ ਠੰਡਾ ਹੋ ਗਿਆ ਉਹਨੂੰ ਸਿਰਿੰਜ ਨਾਲ ਬਾਹਰ ਕੱਢੋ, ਉਹਨੂੰ ਕੱਢ ਕੇ ਆਪਣਾ ਦੂਸਰੇ ਸ਼ੀਸ਼ੇ 'ਚ ਪਾਓ, ਤੇ ਗਰਮ ਤੇਲ ਨਾਲ ਹੀ ਹੋਰ ਪਿਆ ਹੋਣਾ ਚਾਹੀਦਾ। ਠੰਡਾ ਤੇਲ ਕੱਢਦੇ ਰਹਿਣਾ ਤੇ ਗਰਮ ਤੇਲ ਪਾਉਂਦੇ ਰਹਿਣਾ। ਇਸ ਵਿਧੀ ਨੂੰ ਆਪਾਂ ਅੱਧੇ ਘੰਟੇ ਤੱਕ ਕਰ ਸਕਦੇ, ਅੱਧੇ ਘੰਟੇ ਤੋਂ ਵੱਧ ਵੀ ਆਪਾਂ ਕਰ ਲੈਂਦੇ ਹਾਂ। ਉਹਦੇ ਨਾਲ ਬਹੁਤ ਜ਼ਬਰਦਸਤ ਰਿਲੀਫ ਮਿਲਦੀ ਹੈ ਜੀ। ਫਿਰ ਦਵਾਈਆਂ ਵਿੱਚ ਮਹਾਯੋਗ ਰਾਜ ਗੁਗਲ, ਯੋਗ ਰਾਜ ਗੁਗਲ ਹੈ, ਲక్ష్ਮੀ ਬਿਲਾਸ ਰਸ ਹੈ, ਤ੍ਰਿਉਦਸ਼ਾਂਗ ਗੁਗਲ ਹੈ, ਬਹੁਤ ਸਾਰੀਆਂ ਦਵਾਈਆਂ ਐਸੀਆਂ ਨੇ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਨੇ। ਅਗਰ ਪੇਸ਼ੈਂਟ ਪਰਹੇਜ਼ ਰੱਖ ਕੇ ਮਾਂਹ ਦੀ ਦਾਲ, ਚੌਲ, ਮੀਟ, ਸ਼ਰਾਬ ਖਾਣ ਵਾਲੇ ਗਠੀਆ ਤੋਂ ਨਹੀਂ ਬਚ ਸਕਦੇ, ਗਠੀਆ ਨਹੀਂ ਹਟਾ ਸਕਦੇ। ਅਗਰ ਪਰਹੇਜ਼ ਕਰ ਸਕਦੇ ਹੋ ਤਾਂ ਫਿਰ ਆਯੁਰਵੈਦਿਕ ਦੇ ਵਿੱਚ ਬਹੁਤ ਦਵਾਈਆਂ ਨੇ, ਆਪਣਾ ਮਿੱਠੀਆਂ ਸਰੰਜਾਂ, ਅਜਮੋਦ, ਕੁਚਲਾ, ਏਲੂਆ, ਯੈਨਕੇ, ਇਹਨੂੰ ਆਪਾਂ ਇਹ ਐਲੋਵੇਰਾ ਦਾ ਐਕਸਟਰੈਕਟ ਹੁੰਦਾ ਕੱਢਿਆ ਹੋਇਆ, ਬਲੈਕ ਕਲਰ ਦੇ ਵਿੱਚ ਹੁੰਦਾ, ਬਹੁਤ ਵਧੀਆ ਕੰਮ ਕਰਦਾ ਜੀ। ਨਹੀਂ, ਇਹ ਜਿਹੜਾ ਗਠੀਏ ਦਾ ਰੋਗ ਹੈ, ਕੀ ਇਹ ਵੀ ਉਸੇ ਤਰ੍ਹਾਂ ਹੀ ਆ ਜਿਵੇਂ ਮਤਲਬ ਜਿਹੜਾ ਸ਼ੂਗਰ ਹੈ ਜਾਂ ਹੋਰ ਜਿਹੜੀਆਂ ਬਿਮਾਰੀਆਂ ਨੇ, ਇਹਨਾਂ ਨੂੰ ਲਾਜ ਬਿਮਾਰੀ ਹੈ ਵੀ? ਨਹੀਂ, ਸ਼ੂਗਰ ਦੇ ਵਿੱਚ ਤਾਂ ਆਪਾਂ ਨੂੰ ਇਹ ਹੁੰਦਾ ਨਾ ਕਿ ਸ਼ੂਗਰ ਤਾਂ ਠੀਕ ਹੋ ਨਹੀਂ ਸਕਦੀ, ਜੜ ਨਹੀਂ ਜਾ ਸਕਦੀ, ਲੇਕਿਨ ਇਹ ਤਾਂ ਜੜ ਜਾਂਦੀ ਹੈ ਜੀ, ਬਿਲਕੁਲ ਜੜ ਜਾਂਦੀ ਹੈ ਜੀ ਇਹਦੀ। ਕੀ ਆਪਣੇ ਕੋਲੇ ਹੁਣ ਕੁਝ ਇਦਾਂ ਦੀਆਂ ਦਵਾਈਆਂ ਹੈਗੀਆਂ ਜਿਹੜੀਆਂ ਆਪਾਂ ਨੇ ਮਤਲਬ ਜਿਹੜੀਆਂ ਗਠੀਏ ਦੀ ਜਾਂ ਸ਼ੂਗਰ ਲਈ ਜਾਂ ਦੂਜੀਆਂ ਦੀ ਜਿਹੜੀਆਂ ਤੁਸੀਂ ਬਣਾਈਆਂ ਹੁਣ? ਲਹਿਰ ਸਾਹਿਬ, ਰੈਗੂਲਰ ਦਵਾਈ ਦਿੰਦਾ ਮੈਂ ਗਠੀਏ ਦੀ। ਔਰ ਮੈਂ ਤੁਹਾਨੂੰ ਇੱਕ ਮੇਰੇ ਹੁਣ ਗੱਲ ਚੱਲਦੇ ਧਿਆਨ ਆਇਆ, ਮੇਰੇ ਕੋਲ ਇੱਕ ਸੈਕਟਰ 41 'ਚ ਮੇਰਾ ਕਲੀਨਿਕ, ਉੱਥੇ ਇੱਕ ਪੇਸ਼ੈਂਟ ਮੇਰੇ ਕੋਲ ਆਇਆ, ਤੇ ਉਹ ਪੇਸ਼ੈਂਟ ਇੱਕ ਬਜ਼ੁਰਗ 40-45 ਸਾਲ ਦੀ ਉਮਰ ਸੀ, ਸਰੀਰ ਭਾਰਾ ਸੀ, ਉਹ ਬੈੱਡ ਤੇ ਆ ਚੁੱਕੀ ਸੀ ਤੇ ਸਰੀਰ ਦੇ ਸਾਰੇ ਉਹਦੇ ਪੈਰ ਦੇ ਹੱਥਾਂ ਦੀ ਉਂਗਲੀ ਟੇਢੀ ਹੋ ਚੁੱਕੀਆਂ ਸੀ। ਉਹਨੂੰ ਸਟੀਮ ਦੇਣ ਨਾਲ
ਤੇਲ ਦੀ ਵਿਧੀ ਜਿਹੜੀ ਮੈਂ ਦੱਸੀ ਪਹਿਲਾਂ ਉਹ ਕਰਨ ਦੇ ਨਾਲ, ਦਵਾਈਆਂ ਖਵਾਉਣ ਦੇ ਨਾਲ ਉਹ ਅੱਜ ਲੇਡੀ ਤੁਰਦੀ ਫਿਰਦੀ ਹੈ ਜੀ, ਵਧੀਆ ਤਰੀਕੇ ਨਾਲ ਤੁਰਦੀ ਫਿਰਦੀ, ਆਪਣੀ ਵਰਕਿੰਗ ਕਰਦੀ ਹੈ, ਤਾਂ ਮੋਟਾਪਾ ਤਾਂ ਨਹੀਂ ਬਹੁਤਾ ਘਟਿਆ ਕਿਉਂਕਿ ਫਿਰ ਖਾਣ ਪੀਣ ਦੇ ਵਿੱਚ ਡਿਪੈਂਡ ਕਰਦਾ ਹੁੰਦਾ। ਉਹ ਬਹੁਤ ਤੰਗ ਹੋਣ ਕਰਕੇ ਉਹਨੇ ਬਹੁਤ ਪਰਹੇਜ਼ ਰੱਖਿਆ, ਦਵਾਈ ਖਾਧੀ, ਸਾਰੀ ਵਿਧੀ ਉਹਨੇ ਕੀਤੀ ਤੇ ਉਹ ਅੱਜ ਤੰਦਰੁਸਤ ਹੈ। ਗਠੀਏ ਦੀ ਦਵਾਈ ਆਯੁਰਵੇਦ ਦੇ ਵਿੱਚ ਪੂਰੀ ਕਾਮਯਾਬ ਆ ਜੀ, ਕੋਈ ਦਿੱਕਤ ਨਹੀਂ ਆ। ਪਰਹੇਜ਼ ਰੱਖ ਕੇ ਅਗਰ ਪੇਸ਼ੈਂਟ ਖਾਣ ਵਾਲਾ ਹੈ ਤਾਂ ਉਹਨੂੰ ਪਰਮਾਨੈਂਟਲੀ ਇਸ ਤੋਂ ਨਿਜਾਤ ਮਿਲ ਜੂਗੀ, ਲੰਬਾ ਸਮਾਂ ਲੱਗਦਾ ਬਸ। ਤੁਹਾਡਾ ਬਹੁਤ ਬਹੁਤ ਡਾਕਟਰ ਸਾਹਿਬ ਧੰਨਵਾਦ। ਸੋ ਇਹ ਸੀ ਸਾਡੇ ਡਾਕਟਰ ਆਪਣੇ ਤੀਰਥ ਸਿੰਘ ਜੀ, ਸੌਰੀ ਮੈਂ ਵਿੱਚ ਰੁਕ ਗਿਆ। ਇਹ ਸਾਡੇ ਡਾਕਟਰ ਸੀ ਆਯੁਰਵੈਦਿਕ ਦੇ ਮਾਹਰ ਡਾਕਟਰ ਤੀਰਥ ਸਿੰਘ ਜੀ, ਜਿਨ੍ਹਾਂ ਨੇ ਸ਼ੂਗਰ ਬਾਰੇ, ਬੀਪੀ ਬਾਰੇ ਜਾਂ ਆਰਥਰਾਈਟਿਕ, ਸਾਡਾ ਜਿਹੜੇ ਮਤਲਬ ਸਰੀਰਕ ਤੌਰ ਤੇ ਜਿਵੇਂ ਅਸੀਂ ਕਮਜ਼ੋਰ ਹੋ ਜਾਂਦੇ ਆ, ਸਰੀਰਕ ਕਮਜ਼ੋਰੀ ਆ ਜਾਂਦੀ ਹੈ, ਜਾਂ ਜਿਹੜਾ ਸਾਡਾ ਸੈਕਸ਼ੂਅਲ ਪ੍ਰੋਬਲਮ ਆ, ਉਹਦੇ ਉੱਤੇ ਬਹੁਤ ਸੰਖੇਪ ਢੰਗ ਦੇ ਨਾਲ ਆਯੁਰਵੇਦ ਦੀ ਦਵਾਈ ਦੇ ਕੀ ਅਸਰ ਨੇ, ਕੀ ਇਫੈਕਟ ਨੇ, ਕਿਵੇਂ ਇਹ ਕੰਮ ਕਰਦੀ ਹੈ, ਇਹਦੇ ਕਿਵੇਂ ਕਿਵੇਂ ਰਿਜ਼ਲਟ ਆ ਰਹੇ ਨੇ। ਸੋ ਇਹਨਾਂ ਦੇ ਉੱਤੇ ਜਿਹੜੀ ਆ ਗੱਲਬਾਤ ਕੀਤੀ ਆ। ਅਸੀਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਔਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਮੰਨਦਿਆਂ ਹੋਇਆਂ ਇਸ ਰੋਗ ਤੋਂ ਮੁਕਤ ਹੋ ਕੇ ਆਪਣਾ ਜਿਹੜਾ ਜੀਵਨ ਹੈ ਉਹ ਸੁਖੀ ਤੇ ਸਿਹਤ ਤੰਦਰੁਸਤ ਕਰਨ ਦਾ ਲਾਭ ਜਿਹੜਾ ਉਹ ਤੁਹਾਨੂੰ ਮਿਲ ਸਕਦਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਸਤਿ ਸ਼੍ਰੀ ਅਕਾਲ ਸਰ।